ਜਿਹਦੇ ਹੱਥ 'ਚ ਪਾਵਰ ਹੋਊਗੀ ਨਾ, ਉਹ ਸਮਾਂ ਪਾ ਕੇ ਸਟਰੋਂਗ ਹੁੰਦਾ ਜਾਊਗਾ। ਪੰਜਾਬ ਦੀ ਰਾਜਨੀਤੀ ਇਹਦਾ ਇੱਕ ਜੀਂਦਾ ਜਾਗਦਾ ਸਬੂਤ ਹੈ। ਜਿਨ੍ਹਾਂ ਲੋਕਾਂ ਦੀ ਕਦੀ ਕੋਈ ਬਿਸਾਤ ਨਹੀਂ ਹੋਇਆ ਕਰਦੀ ਸੀ, ਅੱਜ ਉਹ ਸਾਡੇ ਅਕਾਲ ਤਖਤ ਦੇ ਉੱਤੇ ਕਾਬਜ਼ ਨੇ। ਜਦੋਂ ਬ੍ਰਾਹਮਣ ਇੰਨਾ ਪਾਵਰਫੁਲ ਹੋ ਗਿਆ ਤੇ ਉਹਦੇ ਅੱਗੇ ਆਵਾਜ਼ ਚੁੱਕਣ ਵਾਲਾ ਕੌਣ ਸੀ? ਕੋਈ ਆਵਾਜ਼ ਉਹਦੇ ਅੱਗੇ ਚੁੱਕ ਨਹੀਂ ਸੀ ਸਕਦਾ। ਉਹਨਾਂ ਕੋਲੇ ਖੁੱਲ੍ਹ ਸੀਗੀ ਕਿ ਸ਼ੂਦਰ ਜਿਹੜਾ ਆ ਗਿਆਨ ਲੈ ਕੇ, ਗਿਆਨ ਕਾਂਡ ਦੇ ਉੱਤੇ ਧਿਆਨ ਧਰ ਕੇ, ਗਿਆਨ ਲੈ ਕੇ ਉਹ ਵੀ ਬ੍ਰਾਹਮਣ ਬਣ ਸਕਦਾ ਆ। ਪਰ ਹੁਣ ਉਹਨਾਂ ਨੇ ਉਹਨੂੰ ਮਾਈਨਸ ਕਰਨ ਲਈ ਇਹ ਕਹਿ ਦਿੱਤਾ ਕਿ ਸ਼ੂਦਰ ਨੂੰ ਗਿਆਨ ਦਾ ਕੋਈ ਹੈ ਹੀ ਨਹੀਂ, ਉਹ ਗਿਆਨ ਲੈ ਹੀ ਨਹੀਂ ਸਕਦਾ। ਉਹਨੂੰ ਸੁਸਾਇਟੀ ਦੇ ਉਸ ਢਾਂਚੇ ਚੋਂ ਹੀ ਬਾਹਰ ਕੱਢ ਦਿੱਤਾ। ਅਸੀਂ ਵੀ ਇੰਝ ਹੀ ਲੋਕਾਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਕੋਈ ਗੱਲ ਨਹੀਂ, ਸਿੱਖੀ ਅੰਦਰ ਹੁੰਦੀ ਆ, ਬਾਹਰ ਦੇ ਭੇਸ ਦਾ ਕੋਈ ਮਤਲਬ ਨਹੀਂ। ਇਹ ਸਾਡੇ ਆਪਣੇ ਰੂਲਸ ਆ। ਤੁਸੀਂ ਇੱਕ ਬੱਚਾ ਨਾਲ ਫੜਿਆ, ਉਹਨੂੰ ਬਾਹਰੋਂ ਮੱਥਾ ਟਿਕਾ ਕੇ ਲੈ ਕੇ ਮੇਰੇ ਕੋਲ ਟਾਈਮ ਹੈ ਨਹੀਂ, ਆਪਾਂ ਲੰਗਰ ਚੱਕੀਏ ਤੇ ਚੱਲੀਏ। ਕੱਲ ਨੂੰ ਜਦੋਂ ਬੱਚਾ ਤੁਹਾਡਾ ਆਪਣੇ ਗ੍ਰੈਂਡ ਪੈਰੈਂਟਸ ਨੂੰ ਉਹ ਕਹਿ ਦਿੰਦਾ ਹਾਈ ਮਮ ਹਾਈ ਡੈਡ, ਔਰ ਆਪਣੇ ਰੂਮ 'ਚ ਹਾਈ ਮਮ ਹਾਈ ਡੈਡ ਤੇ ਘਰੋਂ ਬਾਹਰ, ਫਿਰ ਆਪਾਂ ਕਹਿੰਦੇ ਆ ਕਿ ਬੱਚੇ ਇੱਥੇ ਨਾ ਇਦਾਂ ਦੀ ਆ। ਹਰ ਕੌਮ ਇੰਨੀ ਖੁਸ਼ ਨਸੀਬ ਨਹੀਂ ਹੁੰਦੀ ਕਿ ਉਹਦੇ ਹਿੱਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਪੈਗੰਬਰ ਆ ਜਾਏ ਜਿਹੜਾ ਚਿੜੀਆਂ ਨੂੰ ਬਾਜ ਨਾਲ ਲੜਨ ਦਾ ਗੁਰ ਸਿਖਾ ਜਾਏ। ਮੈਂ ਆਪਣੀ ਪਹਿਲੀ ਕਿਸ਼ਤ ਦੇ ਵਿੱਚ ਪਹਿਲੀ ਲਾਈਨ ਇਹ ਕਹੀ ਸੀ ਕਿ ਪਹਿਲਾ ਬੰਦਾ ਖਾਲਸੇ ਵਰਗਾ ਦਿਸਦਾ ਜ਼ਰੂਰ ਹੋਊਗਾ, ਪਰ ਉਹਦਾ ਕਿਰਦਾਰ ਖਾਲਸੇ ਵਰਗਾ ਹੋਵੇ ਜਾਂ ਨਾ ਹੋਵੇ ਪਤਾ ਨਹੀਂ। ਹਿੰਦੂਆਂ ਨੇ ਬ੍ਰਾਹਮਣ ਪਾਲੇ, ਇਸ ਮੁਸਲਮਾਨਾਂ ਨੇ ਕਾਜ਼ੀ ਪਾਲੇ, ਇਦਾਂ ਆਪਾਂ ਵੀ ਪਾਲੇ। ਹੁਣ ਇੱਥੇ ਮੈਂ ਬੜੀ ਕਲੀਅਰ ਕਰ ਦਵਾਂ ਇਹ ਗੱਲ ਕਿ ਮੇਰਾ ਇਹ ਕਹਿਣ ਤੋਂ ਇਹ ਮਤਲਬ ਬਿਲਕੁਲ ਨਹੀਂ ਪਾਠੀ ਜਾਂ ਗ੍ਰੰਥੀ ਨੂੰ ਮੈਂ ਵਿਚੋਲਾ ਨਹੀਂ ਕਹਿ ਰਹੀ, ਕਿਉਂਕਿ ਸਾਡੇ ਗ੍ਰੰਥੀ ਸਿੰਘ ਤੇ ਪਾਠੀ ਸਿੰਘ ਜਿਹੜੇ ਨੇ ਉਹ ਬਕਾਇਦਾ ਬਾਬਾ ਬੁੱਢਾ ਜੀ ਦੀ ਕੁਰਸੀ ਦੇ ਉੱਤੇ ਬਿਰਾਜਮਾਨ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਪਹਿਲੀ ਕਿਸ਼ਤ ਵਿੱਚ ਮੈਂ ਤੁਹਾਡੇ ਨਾਲ ਕਰਮਕਾਂਡ ਦੇ ਅੱਖਰੀ ਬੰਤਰ ਤੇ ਉਸ ਦੇ ਅਰਥਾਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਸਨ। ਬਹੁਤ ਸੰਖੇਪ ਵਿੱਚ ਮੈਂ ਦੱਸਿਆ ਸੀ ਕਿ ਜਿਹੜੇ ਵੇਦਾਂ ਵਿੱਚ ਨਿਰਧਾਰਿਤ ਕਰਮਕਾਂਡ ਨੇ ਉਹ ਸਹੀ ਆ ਜਾਂ ਗਲਤ, ਉਹ ਇੱਕ ਅਲੱਗ ਡਿਬੇਟ ਆ, ਪਰ ਉਹ ਕਿਵੇਂ ਭਾਵ ਤੋਂ ਵਹੀਣ ਹੋ ਗਏ ਤੇ ਕਿਵੇਂ ਉਹ ਕੇਵਲ ਇੱਕ ਮਕੈਨੀਕਲ ਵਰਤਾਰਾ ਬਣ ਕੇ ਰਹਿ ਗਏ। ਹੁਣ ਭੇਖੀ ਬ੍ਰਾਹਮਣ, ਇੱਥੇ ਭੇਖੀ ਵਰਡ ਲਾਉਣਾ ਬਹੁਤ ਜ਼ਰੂਰੀ ਆ, ਕਿਉਂਕਿ ਬ੍ਰਾਹਮਣ ਕਹਿ ਕੇ ਮੈਂ ਸਾਰਾ ਕੁਝ ਜੈਨੂਲਾਈਜ਼ ਨਹੀਂ ਕਰਨਾ ਚਾਹੁੰਦੀ। ਬਹੁਤ ਸਾਰੇ ਬ੍ਰਾਹਮਣ ਅੱਜ ਵੀ ਐਸੇ ਆ ਜਿਹੜੇ ਆਪਣੇ ਧਰਮ ਨੂੰ ਸਮਝਦੇ ਆ, ਜਿਹੜੇ ਆਪਣੇ ਧਰਮ ਨੂੰ ਦੇਖਦੇ ਆ, ਉਹਦੇ ਬਾਰੇ ਸੋਚਦੇ ਆ ਔਰ ਫਿਰ ਅੱਗੇ ਗੱਲ ਕਰਦੇ ਆ। ਇਸ ਕਰਕੇ ਭੇਖੀ ਵਰਡ ਲਾਉਣਾ ਬਹੁਤ ਜ਼ਰੂਰੀ ਆ। ਖੈਰ ਆਪਾਂ ਆਪਣੀ ਗੱਲ 'ਤੇ ਆਈਏ। ਹਾਂ, ਇਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਕੋਈ ਸੁਣੇ ਜਾਂ ਨਾ ਸੁਣੇ, ਉਹਨਾਂ ਦੀ ਕੋਈ ਸਮਝੇ ਜਾਂ ਨਾ ਸਮਝੇ, ਕਿਉਂਕਿ ਅਕਸਰ ਜਿਹੜੀ ਹੈ ਨਾ ਝੂਠ ਦੀ ਦੁਕਾਨਦਾਰੀ ਛੇਤੀ ਚੱਲ ਜਾਂਦੀ ਹੈ, ਸੱਚ ਨੂੰ ਥੋੜ੍ਹਾ ਜੂਝਣਾ ਪੈਂਦਾ। ਝੂਠ ਉੱਤੇ ਵਿਸ਼ਵਾਸ ਕਰਨਾ ਸੌਖਾ ਹੁੰਦਾ ਸੱਚ ਦੀ ਬਜਾਏ। ਸੋ ਇਸ ਕਰਕੇ ਉਹਨਾਂ ਨੂੰ ਉਹ ਜਿਹੜੇ ਸਹੀ ਆਪਣੇ ਧਰਮ ਦੇ ਪ੍ਰਤੀ ਪੱਕੇ ਨੇ, ਉਹਨਾਂ ਬ੍ਰਾਹਮਣਾਂ ਨੂੰ ਵੀ ਵਿਚਾਰਿਆਂ ਨੂੰ ਭੇਖੀ ਬ੍ਰਾਹਮਣਾਂ ਦੇ ਨਾਲ ਹੀ ਰਲਾ ਦਿੱਤਾ ਜਾਂਦਾ, ਕਿਉਂਕਿ ਉਹ ਭੇਖੀਆਂ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਹੈ। ਖੈਰ ਆਪਾਂ ਆਪਣੀ ਗੱਲ ਵੱਲ ਆਈਏ ਤਾਂ ਭੇਖੀ ਬ੍ਰਾਹਮਣ ਜਿਹੜੇ ਨੇ ਉਹਨਾਂ ਨੇ ਲੋਕਾਂ ਦੇ ਵਿੱਚੋਂ ਵੇਦਾਂ ਵਿਚਲਾ ਜਿਹੜਾ ਗਿਆਨ ਕਾਂਡ ਹੈ ਉਹਨੂੰ ਹੌਲੀ ਇਸ ਪੱਧਰ ਤੱਕ ਖਿਸਕਾ ਦਿੱਤਾ, ਉਹਨਾਂ ਤੋਂ ਵਾਂਝਾ ਕਰ ਦਿੱਤਾ ਕਿ ਲੋਕ ਜਿਹੜੇ ਆ ਉਹ ਆਮ ਜਨਤਾ ਸ਼ਾਰਟਕਟਸ ਵਿੱਚ ਹੀ ਉਲਝ ਕੇ ਰਹਿ ਗਈ। ਆਮ ਜਨਤਾ ਨੇ ਇਹ ਸੋਚਿਆ ਕਿ ਮੈਂ ਜੋ ਪੰਡਿਤ ਜੀ ਕਹਿ ਰਹੇ ਬਸ ਉਹੀ ਠੀਕ ਆ, ਉਹਨਾਂ ਵਿੱਚ ਹੀ ਉਲਝੇ ਰਹਿ ਗਏ। ਸੰਸਕ੍ਰਿਤ ਨੂੰ ਉਹਨਾਂ ਲੋਕਾਂ ਨੇ ਤਿਆਗ ਦਿੱਤਾ, ਸੰਸਕ੍ਰਿਤ ਉਹਨਾਂ ਤੋਂ ਦੂਰ ਹੁੰਦੀ ਗਈ। ਵੈਸੇ ਹੀ ਸੰਸਕ੍ਰਿਤ ਜਿਹੜੀ ਆ ਉਹ ਇੱਕ ਖਾਸ ਵਰਗ ਦੀ ਭਾਸ਼ਾ ਬਣ ਕੇ ਰਹਿ ਗਈ, ਇੱਕ ਖਾਸ ਬ੍ਰਾਹਮਣ ਜਾਤੀ ਦੀ ਜਿਹੜੀ ਆ ਉਹ ਭਾਸ਼ਾ ਬਣ ਕੇ ਰਹਿ ਗਈ, ਬਾਕੀ ਲੋਕਾਂ ਦੀ ਭਾਸ਼ਾ ਪ੍ਰਕ੍ਰਿਤ ਹੋ ਗਈ। ਸੋ ਜਿਹੜੇ ਆਮ ਜਨਤਾ ਸੀ ਉਹ ਹਰ ਇੱਕ ਇੰਟਰਪ੍ਰੀਟੇਸ਼ਨ ਵਾਸਤੇ ਬ੍ਰਾਹਮਣ ਉੱਤੇ ਡਿਪੈਂਡ ਕਰਨ ਲੱਗ ਗਈ। ਜੋ ਬ੍ਰਾਹਮਣ ਦੀ ਇੰਟਰਪ੍ਰੀਟੇਸ਼ਨ ਸੀ ਉਹਨੂੰ ਹੀ ਉਹ ਸਹੀ ਸਮਝ ਕੇ ਅੱਗੇ ਚੱਲਣਾ ਸ਼ੁਰੂ ਹੋ ਗਏ। ਲੋਕਾਂ ਨੂੰ ਬਹੁਤ ਚਿਰ ਜਿਹੜਾ ਇਹ ਭੇਖੀ ਬ੍ਰਾਹਮਣ ਆ ਉਹ ਗੁੰਮਰਾਹ ਕਰਦਾ ਰਿਹਾ। ਗ੍ਰੰਥਾਂ ਦੇ ਵਿੱਚ ਆਪਣੀ ਲੋੜ ਮੁਤਾਬਕ ਉਹਨਾਂ ਨੇ ਹਰ ਤਰੀਕੇ ਦੀ ਜਿਹੜੀ ਆ ਮਿਲਾਵਟ ਵੀ ਪਾਈ। ਇਹਦੇ ਵਿੱਚ ਨਾ ਬਹੁਤ ਵੱਡੀ ਗੱਲ ਜਿਹੜੀ ਵਰਨ ਜਾਂ ਜਾਤੀ ਵੰਡ ਦੀ ਆਉਂਦੀ ਆ ਉਹ ਵੀ ਇਹਦੇ ਵਿੱਚ ਹੀ ਆ ਜਾਏਗੀ। ਜਿਹੜੀ ਜਾਤੀ ਪ੍ਰਥਾ ਜੋ ਚੱਲਦੀ ਆ ਉਹਦੇ ਵਿੱਚ ਜਦੋਂ ਇਹ ਸ਼ੁਰੂ ਹੋਈ ਸੀ ਨਾ ਤਾਂ ਬਕਾਇਦਾ ਇਹਦੇ ਜਿਹੜੇ ਨਾਮ ਰੱਖੇ ਗਏ ਸੀ ਉਹ ਕੰਮਾਂ ਦੇ ਆਧਾਰ ਦੇ ਉੱਤੇ ਰੱਖੇ ਗਏ ਸੀ। ਹੁਣ ਇਹਨੂੰ ਤੁਸੀਂ ਅੱਜ ਦੀ ਜਾਤੀ ਨਾਲ ਜੇ ਜੋੜ ਕੇ ਵੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਕੰਮਾਂ ਦੇ ਉੱਤੇ ਵੀ ਕਿਉਂ ਵੰਡ। ਪਰ ਉਸ ਸਮੇਂ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਿਸੇ ਨੂੰ ਇੱਕ ਪੋਸਟ ਦੇ ਦਿੰਦੇ ਹਾਂ ਔਰ ਉਸ ਪੋਸਟ ਦਾ ਇੱਕ ਨਾਮ ਰੱਖ ਦਿੰਦੇ ਹਾਂ, ਬਿਲਕੁਲ ਉਸੇ ਤਰੀਕੇ ਨਾਲ ਸੁਸਾਇਟੀ ਨੂੰ ਔਰਗਨਾਈਜ਼ ਕਰਨ ਵਾਸਤੇ ਇੱਕ ਪ੍ਰੋਪਰ ਜਿਹੜਾ ਢਾਂਚਾ, ਇੱਕ ਸਟਰਕਚਰ ਤਿਆਰ ਕੀਤਾ ਗਿਆ ਸੀ, ਜਿਹੜਾ ਸੁਸਾਇਟਲ ਸਟਰਕਚਰ, ਉਹਦੇ ਵਿੱਚ 4 ਤਰੀਕੇ ਦੇ ਜਿਹੜੇ ਆ ਉਹ ਰੋਲਸ ਡਿਵਾਈਡ ਕੀਤੇ ਗਏ ਸੀ। ਪਰ ਉਹਦੇ ਵਿੱਚ ਇਹ ਕਦੀ ਵੀ ਨਹੀਂ ਸੀ ਕਿ ਬ੍ਰਾਹਮਣ ਦਾ ਬੇਟਾ ਬ੍ਰਾਹਮਣ ਹੋਊਗਾ। ਖੈਰ ਜਦੋਂ ਆਪਾਂ ਅੱਗੇ ਆਉਂਦੇ ਹਾਂ ਤਾਂ ਹੁਣ ਕਿਉਂਕਿ ਬ੍ਰਾਹਮਣ ਦੇ ਹੱਥ ਸਾਰਾ ਕੁਛ ਹੈ, ਬ੍ਰਾਹਮਣ ਦੇ ਹੱਥ ਪਾਵਰ ਹੈ, ਬ੍ਰਾਹਮਣ ਦੇ ਹੱਥ ਹੀ ਇੰਟਰਪ੍ਰੀਟੇਸ਼ਨ ਹੈ, ਤਾਂ ਉਹਨੇ ਆਪਣੇ ਅਕੋਰਡਿੰਗ ਉਹਨੇ ਸੋਚਿਆ ਕਿ ਜੇ ਕੱਲ੍ਹ ਨੂੰ ਮੇਰਾ ਬੇਟਾ ਸੰਸਕ੍ਰਿਤ ਨਹੀਂ ਪੜ੍ਹ ਸਕਿਆ ਜਾਂ ਵੇਦ ਨਹੀਂ ਪੜ੍ਹ ਸਕਿਆ, ਵੇਦਾਂ ਦੀ ਨੌਲੇਜ ਨਹੀਂ ਲੈ ਸਕਿਆ, ਤਾਂ ਉਹ ਤਾਂ ਫਿਰ ਉਹਨੂੰ ਤਾਂ ਕੋਈ ਹੋਰ ਕੰਮ ਕਰਨਾ ਪਊਗਾ।
ਹੁਣ ਜੇ ਉਹਨੂੰ ਹੋਰ ਕੋਈ ਕੰਮ ਕਰਨਾ ਪੈਂਦਾ ਹੈ ਤੇ ਜਾਂ ਹੁਣ ਸਰੀਰ ਪੱਖੋਂ ਇੰਨੇ ਮਜ਼ਬੂਤ ਨਹੀਂ ਕਿ ਛਤਰੀਏ ਬਣ ਜਾਣ, ਜ਼ਮੀਨ ਨਹੀਂ ਕਿ ਵੈਸ਼ ਬਣ ਜਾਣ, ਤਾਂ ਫਿਰ ਬਣੂਗਾ ਕੀ? ਸ਼ੂਦਰ। ਫਿਰ ਉਹਨੇ ਉਸ ਟਾਈਮ ਦੇ ਉੱਤੇ ਇਹ ਚੀਜ਼ਾਂ ਘੜਨੀਆਂ ਸ਼ੁਰੂ ਕੀਤੀਆਂ ਕਿ ਬ੍ਰਾਹਮਣ ਕਾ ਬੇਟਾ ਬ੍ਰਾਹਮਣ, ਸ਼ੂਦਰ ਕਾ ਬੇਟਾ ਸ਼ੂਦਰ, ਉਦੋਂ ਘੜਨੀਆਂ ਸ਼ੁਰੂ ਕੀਤੀਆਂ। ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਿਹੜਾ ਸ਼ੂਦਰ ਹੈ, ਕਿਉਂਕਿ ਅਦਰਵਾਈਜ਼ ਤਾਂ ਇਹ ਉਹਨਾਂ ਕੋਲੇ ਖੁੱਲ੍ਹ ਸੀਗੀ ਕਿ ਸ਼ੂਦਰ ਜਿਹੜਾ ਆ ਉਹ ਵੀ ਆਪਣੇ ਗ੍ਰੰਥ ਵੇਦ ਦਾ ਪਾਠ ਕਰਕੇ ਜਾਂ ਉਹਦੇ ਬਾਰੇ ਗਿਆਨ ਲੈ ਕੇ, ਗਿਆਨ ਕਾਂਡ ਦੇ ਉੱਤੇ ਧਿਆਨ ਧਰ ਕੇ, ਗਿਆਨ ਲੈ ਕੇ ਉਹ ਵੀ ਬ੍ਰਾਹਮਣ ਬਣ ਸਕਦਾ ਆ। ਪਰ ਹੁਣ ਉਹਨਾਂ ਨੇ ਉਹਨੂੰ ਮਾਈਨਸ ਕਰਨ ਲਈ ਇਹ ਕਹਿ ਦਿੱਤਾ ਕਿ ਸ਼ੂਦਰ ਨੂੰ ਗਿਆਨ ਦਾ ਕੋਈ ਹੈ ਹੀ ਨਹੀਂ, ਉਹ ਗਿਆਨ ਲੈ ਹੀ ਨਹੀਂ ਸਕਦਾ, ਉਹਨੂੰ ਸੁਸਾਇਟੀ ਦੇ ਉਸ ਢਾਂਚੇ 'ਚੋਂ ਹੀ ਬਾਹਰ ਕੱਢ ਦਿੱਤਾ। ਸੋ ਇਹ ਜਿਹੜੀ ਸਾਰੀ ਇੰਟਰਪ੍ਰੀਟੇਸ਼ਨ ਹੋਈ ਨਾ, ਇਹ ਬੇਸਿਕਲੀ ਆਪਾਂ ਪਿਛਲੀ ਐਪੀਸੋਡ ਦੇ ਵਿੱਚ ਮੈਂ ਕਰ ਚੁੱਕੀ ਹਾਂ, ਸਿਰਫ ਇੱਕ ਸੰਖੇਪ ਵਿੱਚ ਤੁਹਾਨੂੰ ਇੱਕ ਸਮਰਾਈਜ਼ ਕਰ ਰਹੀ ਹਾਂ ਕਿ ਇਹ ਸਾਰਾ ਕੁਝ ਜੋ ਵੀ ਉਹਨਾਂ ਨੇ ਕੀਤਾ ਸਿਰਫ ਇਸ ਕਰਕੇ ਹੋ ਗਿਆ ਕਿਉਂਕਿ ਇੰਟਰਪ੍ਰੀਟੇਸ਼ਨ ਜਿਹੜੀ ਆ ਉਹ ਬ੍ਰਾਹਮਣ ਦੇ ਆਪਣੇ ਹੱਥ ਵਿੱਚ ਆ ਗਈ। ਹੁਣ ਇਸ ਦੇ ਪਿੱਛੇ ਲੋਕ ਜਦੋਂ ਬ੍ਰਾਹਮਣ ਇੰਟਰਪ੍ਰੇਟ ਕਰਦਾ ਗਿਆ, ਲੋਕ ਉਹਦੇ ਪਿੱਛੇ ਅੱਖਾਂ ਬੰਦ ਕਰਕੇ ਚੱਲਦੇ ਗਏ। ਹੁਣ ਸਵਾਲ ਇੱਥੇ ਸਮਝਣ ਵਾਲੀ ਗੱਲ ਤਾਂ ਇਹ ਆਉਂਦੀ ਆ ਕਿ ਬ੍ਰਾਹਮਣ ਚਲਾਕ ਹੈ, ਉਹ ਗੱਲ ਠੀਕ ਹੈ, ਪਰ ਆਪਾਂ ਇਹ ਸਮਝੀਏ ਕਿ ਜਿਹੜੇ ਉਹ ਲੋਕ ਸੀ, ਉਹ ਲੋਕ ਕੀ ਸੀ? ਕਿ ਉਹ ਲੋਕ ਬੇਵਕੂਫ ਸੀ ਜਾਂ ਉਹ ਲੋਕ ਅਵੇਸਲੇ ਸੀ ਜਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਆ ਉਹ ਇੰਨੀ ਬੁੱਧੀ ਨਹੀਂ ਸੀ ਜਾਂ ਉਹ ਭੋਲੇ ਭਾਲੇ ਲੋਕ ਸੀ, ਉਹ ਕੀ ਸੀ? ਇਹ ਗੱਲ ਇੱਥੇ ਸਮਝਣੀ ਜ਼ਰੂਰੀ ਹੈ। ਹੁਣ ਇਸੇ ਚੀਜ਼ ਨੂੰ ਆਪਣੇ ਨਾਲ ਲੈ ਕੇ ਚੱਲਿਓ ਕਿਉਂਕਿ ਸਾਡੀ ਪੋਜੀਸ਼ਨ, ਅੱਜ ਦੀ ਪੋਜੀਸ਼ਨ, ਸਾਡਾ ਅੱਜ ਦਾ ਵਰਤਾਰਾ ਇਸੇ ਸਵਾਲ ਦੇ ਜਵਾਬ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਣਾ। ਹੁਣ ਆਪਾਂ ਇਹ ਦੇਖਦੇ ਹਾਂ ਕਿ ਉਹ ਲੋਕ ਕਿਹੋ ਜਿਹੇ ਸੀ। ਬ੍ਰਾਹਮਣ ਨੂੰ ਆਪਾਂ ਬੜੀ ਆਸਾਨੀ ਦੇ ਨਾਲ ਇੱਕ ਜਿਹੜਾ ਕਲਪਰੇਟ ਹੈ, ਜਿਹੜਾ ਇੱਕ ਪਾਪੀ ਆ, ਉਸ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਕਿ ਉਹਨੇ ਇਹ ਸਾਰਾ ਕੁਝ ਕੀਤਾ। ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬ੍ਰਾਹਮਣ ਨੇ ਚਲਾਕੀ ਕੀਤੀ, ਪਰ ਕੀ ਉਹਨਾਂ ਲੋਕਾਂ ਨੇ ਕੀ ਕੀਤਾ ਉਹ ਸਮਝਣਾ ਬਹੁਤ ਜ਼ਰੂਰੀ ਹੈ। ਸ਼ੁਰੂਆਤ ਉਹਨਾਂ ਦੀ ਵੀ ਚਲਾਕੀ ਤੋਂ ਹੁੰਦੀ ਹੈ। ਦੇਖੋ, ਜਦੋਂ ਤੁਸੀਂ ਕੋਈ ਚੀਜ਼ ਵੱਲ, ਜਦੋਂ ਤੁਸੀਂ ਉਹਨੂੰ ਉਹਦੇ ਉੱਤੇ ਟਾਈਮ ਦਿਓਗੇ, ਤੁਹਾਨੂੰ ਅਗਰ ਵੇਦਾਂ ਦਾ ਗਿਆਨ ਕਾਂਡ ਵੱਲ ਧਿਆਨ ਦੇਣਾ ਤਾਂ ਤੁਹਾਨੂੰ ਵੇਦ ਪੜ੍ਹਨੇ ਪੈਣਗੇ। ਹੁਣ ਕਿਹੜਾ ਪੜ੍ਹੇ? ਆਪਾਂ ਵੀ ਐਵੇਂ ਹੀ ਕਰਦੇ ਹਾਂ ਕਿ ਮੇਰੇ ਕੋਲ ਪੜ੍ਹਿਆ ਨਹੀਂ ਜਾਂਦਾ, ਮੈਂ ਕਿਤਾਬਾਂ ਨਹੀਂ ਪੜ੍ਹ ਸਕਦਾ, ਐਂ ਕਰ ਤੂੰ ਪੜ੍ਹ ਕੇ ਮੈਨੂੰ ਦੱਸਦੀ, ਜੋ ਤੇਰੇ ਪੱਲੇ ਪੈਂਦਾ ਉਹ ਮੈਨੂੰ ਦੱਸਦੀ। ਹੁਣ ਜੋ ਮੇਰੇ ਪੱਲੇ ਪੈਂਦਾ ਜੇ ਮੈਂ ਤੁਹਾਨੂੰ ਉਹ ਦੱਸੂੰਗੀ ਤਾਂ ਉਹ ਮੇਰੀ ਇੰਟਰਪ੍ਰੀਟੇਸ਼ਨ ਆ, ਉਹ ਤੁਹਾਡੀ ਇੰਟਰਪ੍ਰੀਟੇਸ਼ਨ ਨਹੀਂ ਆ। ਪਰ ਤੁਸੀਂ ਮੈਨੂੰ ਇਹ ਹੱਕ ਦਿੱਤਾ ਕਿ ਜੋ ਤੇਰੇ ਪੱਲੇ ਪੈਂਦਾ ਉਹ ਮੈਨੂੰ ਦੱਸਦੀ। ਫਿਰ ਤੁਸੀਂ ਮੈਨੂੰ ਕਲਪਰੇਟ ਔਰ ਖੁਦ ਨੂੰ ਵਿਕਟਿਮ ਨਹੀਂ ਕਹਿ ਸਕਦੇ ਕਿਉਂਕਿ ਮੈਂ ਤੁਹਾਨੂੰ ਜਾਣ ਬੁੱਝ ਕੇ ਤੁਹਾਡੇ ਉੱਤੇ ਕੁਝ ਵੀ ਲੱਦਿਆ ਨਹੀਂ ਆ। ਬਿਲਕੁਲ ਇਸੇ ਤਰੀਕੇ ਨਾਲ ਉਹਨਾਂ ਲੋਕਾਂ ਨੇ ਪਹਿਲਾਂ ਬੜੀ ਚਲਾਕੀ ਨਾਲ ਹੀ, ਮੈਂ ਇੱਥੇ ਬ੍ਰਾਹਮਣ ਨੂੰ ਬਿਲਕੁਲ ਵੀ ਕਲੀਨ ਚਿੱਟ ਨਹੀਂ ਦੇ ਰਹੀ, ਇਹ ਨਹੀਂ ਸੋਚ ਲੈਣਾ ਕਿ ਸ਼ਾਇਦ ਉਹਨਾਂ ਨੂੰ ਮੈਂ ਕਲੀਨ ਚਿੱਟ ਦੇ ਦਿੱਤੀ, ਨਹੀਂ। ਪਰ ਲੋਕਾਂ ਨੇ, ਜਿਨ੍ਹਾਂ ਨੇ ਉਹਨਾਂ ਦੇ ਪਿੱਛੇ ਲੱਗੇ, ਉਹ ਵੀ ਤਾਂ ਪਹਿਲਾਂ ਸ਼ਾਰਟਕਟ ਉਹਨਾਂ ਨੇ ਆਪ ਅਪਣਾਏ ਨਾ। ਦੇਖੋ ਕਿੰਨਾ ਸੌਖਾ ਆ, ਇੱਕ ਪਾਸੇ ਤੁਸੀਂ 2-2 2.5 ਘੰਟੇ ਕਿਤੇ ਬੈਠ ਕੇ ਆਪਣਾ ਨਾਮ ਜਪਦੇ ਹੋ ਜਾਂ ਜੋ ਵੀ ਉਹਨਾਂ ਦੀਆਂ ਰੀਤੀ ਰਿਵਾਜ਼ਾਂ ਹੋਣਗੀਆਂ ਉਹ ਕਰਦੇ ਹੋ। ਦੂਸਰੇ ਪਾਸੇ ਤੁਹਾਨੂੰ ਸਿਰਫ ਇਹ ਕਿਹਾ ਜਾਂਦਾ ਕਿ ਜਾ ਕੇ ਸਵੇਰੇ ਸਵੇਰੇ ਸੂਰਜ ਨੂੰ ਪਾਣੀ ਦੇ ਦਿਓ, ਤੁਹਾਡਾ ਕੰਮ ਖਤਮ ਆ। ਅਤੇ ਤੁਸੀਂ ਇਹ ਸੋਚਦੇ ਹੋ ਕਿ ਸੂਰਜ ਨੂੰ ਪਾਣੀ ਦੇਣਾ ਇਜ਼ ਬੈਟਰ, ਉਹ ਸੌਖਾ ਆ, ਉਹੀ ਕਰ ਲਿਆ ਜਾਵੇ। ਅਤੇ ਇਹ ਤੁਹਾਡੀ ਗਲਤੀ ਹੈ, ਸ਼ਾਰਟਕਟ ਤੁਸੀਂ ਅਪਣਾਇਆ। ਸੋ ਉਹਨਾਂ ਲੋਕਾਂ ਨੇ, ਹੁਣ ਜਿਹੜਾ ਇੱਥੇ ਜਿਹੜੀ 2-2.5 ਘੰਟੇ ਦੇ ਬੈਠਣ ਵਾਲੀ ਗੱਲ ਹੈ ਨਾ, ਇਹਦੇ ਉੱਤੇ ਵੀ ਬੜੀਆਂ ਵਿਚਾਰ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ। ਇੱਕ ਅਲੱਗ ਮੁੱਦਾ ਆ, ਪਰ ਇਹਦੇ ਵਿੱਚ ਵੀ ਤੁਸੀਂ ਜਦੋਂ ਵੀ ਤੁਹਾਨੂੰ ਲੱਗੂਗਾ ਕਿ ਤੁਸੀਂ ਰਿਲੈਕਸ ਕਰਨਾ ਆ, ਚਾਹੇ ਤੁਸੀਂ ਅਗਰ ਨਾਸਤਕ ਹੋ ਤਾਂ ਤੁਹਾਨੂੰ ਰਿਲੈਕਸ ਕਰਨ ਵਾਸਤੇ ਬੈਠਣਾ ਹੈ, ਤੁਸੀਂ ਆਸਤਕ ਹੋ ਤੁਹਾਨੂੰ ਪਰਮਾਤਮਾ ਨੂੰ ਪਾਉਣ ਲਈ ਬੈਠਣਾ ਹੈ, ਤੁਸੀਂ ਸਕੋਲਰ ਹੋ ਤੁਹਾਨੂੰ ਪੜ੍ਹਨ ਲਈ ਬੈਠਣਾ ਹੈ, ਪਰ ਤੁਹਾਨੂੰ ਸਿਟਿੰਗ ਦੇਣੀ ਹੀ ਪੈਣੀ ਹੈ। ਦੈਟ ਇਜ਼ ਫॉर ਸ਼ੋਰ। ਤੁਸੀਂ ਕੋਈ ਵੀ ਕੰਮ ਤੁਰੇ ਫਿਰਦੇ ਨਹੀਂ ਕਰ ਸਕਦੇ। ਤੁਸੀਂ ਕੋਈ ਵੀ ਕੰਮ, ਜਿਹੜਾ ਵੀ ਕੰਮ ਤੁਹਾਨੂੰ ਕਰਨਾ, ਤੁਹਾਨੂੰ ਉਹਦੇ ਵਾਸਤੇ ਫੋਕਸ ਰੱਖਣਾ ਜ਼ਰੂਰੀ ਹੋਊਗਾ। ਸੋ ਜਿਹੜਾ ਬੈਠਣ ਤੋਂ ਮੇਰਾ ਮਤਲਬ ਆ ਸਿਰਫ ਇੰਨਾ ਕਿ ਸੀਗਾ ਕਿ ਜਿਹੜਾ ਫੋਕਸ ਚਾਹੀਦਾ ਸੀ ਉਹ ਉਹਨਾਂ ਲੋਕਾਂ ਨੇ ਬ੍ਰਾਹਮਣ ਦੇ ਹਵਾਲੇ ਆਪ ਕੀਤਾ। ਹੁਣ ਬ੍ਰਾਹਮਣ ਕੋਲੇ ਖੁੱਲ੍ਹ ਹੈ, ਤੁਸੀਂ ਪਹਿਲਾਂ ਚਲਾਕੀ ਨਾਲ ਸ਼ੁਰੂ ਕੀਤਾ, ਉਸ ਤੋਂ ਬਾਅਦ ਬ੍ਰਾਹਮਣ ਜੋ ਇੰਟਰਪ੍ਰੀਟੇਸ਼ਨ ਦਿੰਦਾ ਗਿਆ ਤੁਸੀਂ ਉਹ ਮੰਨਦੇ ਗਏ ਕਿਉਂਕਿ ਤੁਸੀਂ ਆਪ ਉਹਨੂੰ ਕਿਹਾ ਕਿ ਦੇ ਦੇ। ਹੁਣ ਹੌਲੀ ਹੌਲੀ ਕਰਦੇ ਕਰਦੇ ਇੱਕ ਐਸਾ ਸਮਾਂ ਆ ਗਿਆ ਜਦੋਂ ਕੁਛ ਪੀੜ੍ਹੀਆਂ ਨਿਕਲ ਗਈਆਂ, ਕੁਛ ਪੀੜ੍ਹੀਆਂ ਦੇ ਜਾਣ ਦੇ ਬਾਅਦ ਉਹ ਚੀਜ਼ਾਂ ਜੜ ਹੋਣੀਆਂ ਸ਼ੁਰੂ ਹੋ ਗਈਆਂ। ਜੋ ਕਦੀ ਬ੍ਰਾਹਮਣ ਨੇ ਆਪਣੇ ਵਾਸਤੇ ਕੁਛ ਰੂਲਸ ਬਣਾ ਲਏ ਸੀ, ਹੁਣ ਉਹ ਸੁਸਾਇਟੀ ਦਾ ਇੱਕ ਹਿੱਸਾ ਬਣ ਗਏ, ਉਹ ਸੁਸਾਇਟਲ ਸਟਰਕਚਰ ਦਾ ਇੱਕ ਹਿੱਸਾ ਬਣ ਗਏ, ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਬਣ ਗਏ। ਹੁਣ ਜਿਹੜੇ ਉਹ ਲੋਕ ਹੈ ਹੁਣ ਅਵੇਸਲੇ ਹੋ ਗਏ ਕਿ ਚਲੋ ਠੀਕ ਹੈ, ਜੋ ਹੈਗਾ, ਸਾਡਾ ਕੰਮ ਸਿਰਫ ਇੰਨਾ ਹੀ ਹੈ ਕਿ ਅਸੀਂ ਰਾਖੀ ਕਰਨੀ ਹੈ, ਠੀਕ ਆ, ਆਪਾਂ ਮਸਤ ਹਾਂ। ਉਦੋਂ ਅਵੇਸਲੇ ਹੋ ਗਏ। ਕੁਛ ਸਦੀਆਂ ਹੋਰ ਨਿਕਲੀਆਂ ਅਤੇ ਜਿਹੜਾ ਬ੍ਰਾਹਮਣ ਹੈ, ਕਿਉਂਕਿ ਜਿਹਦੇ ਹੱਥ 'ਚ ਪਾਵਰ ਹੋਊਗੀ ਨਾ, ਉਹ ਸਮਾਂ ਪਾ ਕੇ ਸਟਰੋਂਗ ਹੁੰਦਾ ਜਾਊਗਾ। ਪੰਜਾਬ ਦੀ ਰਾਜਨੀਤੀ ਇਹਦਾ ਇੱਕ ਜੀਂਦਾ ਜਾਗਦਾ ਸਬੂਤ ਹੈ।
ਜਿਨ੍ਹਾਂ ਲੋਕਾਂ ਦੀ ਕਦੀ ਕੋਈ ਬਿਸਾਤ ਨਹੀਂ ਹੋਇਆ ਕਰਦੀ ਸੀ, ਅੱਜ ਉਹ ਸਾਡੇ ਅਕਾਲ ਤਖਤ ਦੇ ਉੱਤੇ ਕਾਬਜ਼ ਨੇ। ਸਾਨੂੰ ਇਸ ਕਰਕੇ ਜਦੋਂ ਵੀ ਅਸੀਂ ਪਾਵਰ ਕਿਸੇ ਦੇ ਹੱਥ 'ਚ ਦੇਵਾਂਗੇ, ਐਬਸੋਲਿਊਟ ਪਾਵਰ ਜਿਹੜੀ ਹੈ ਨਾ ਉਹ ਕਰਪਟ ਕਰਦੀ ਹੀ ਕਰਦੀ ਹੈ। ਪਾਵਰ ਕਰਪਟਸ ਐਬਸੋਲਿਊਟ, ਪਾਵਰ ਕਰਪਟਸ ਐਬਸੋਲਿਊਟਲੀ। ਸੋ ਇਹ ਗੱਲ ਹਮੇਸ਼ਾ ਰਹੂਗੀ। ਹੁਣ ਜਿਹੜਾ ਉਹ ਬ੍ਰਾਹਮਣ ਹੈ ਜਿਹਦੇ ਹੱਥ 'ਚ ਤੁਸੀਂ ਪਾਵਰ ਦੇ ਦਿੱਤੀ, ਇੰਨੀਆਂ ਸਦੀਆਂ ਹੋ ਗਈਆਂ, ਅਵੇਸਲੇ ਹੋ ਗਏ, ਹੁਣ ਉਹਨੇ ਆਪਣੀ ਮਨਮਰਜ਼ੀ 'ਚ ਕਰਨੀ ਸ਼ੁਰੂ ਕੀਤੀ। ਉਦੋਂ ਲੋਕ ਭੋਲੇ ਭਾਲੇ ਹੋ ਗਏ। ਖੈਰ, ਹੁਣ ਜਦੋਂ ਉਹਨੇ ਆਪਣੀ ਮਨਮਰਜ਼ੀ ਕਰਕੇ ਔਰ ਸ਼ੂਦਰਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕੀਤਾ, ਤਾਂ ਹਰ ਕੌਮ ਇੰਨੀ ਖੁਸ਼ ਨਸੀਬ ਨਹੀਂ ਹੁੰਦੀ ਕਿ ਉਹਦੇ ਹਿੱਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਪੈਗੰਬਰ ਆ ਜਾਏ ਜਿਹੜਾ ਚਿੜੀਆਂ ਨੂੰ ਬਾਜ ਨਾਲ ਲੜਨ ਦਾ ਗੁਰ ਸਿਖਾ ਜਾਏ। ਇੰਨੀ ਖੁਸ਼ਕਿਸਮਤੀ ਹਰ ਕੌਮ ਦੇ ਵਿੱਚ ਨਹੀਂ ਹੁੰਦੀ। ਜਦੋਂ ਬ੍ਰਾਹਮਣ ਇੰਨਾ ਪਾਵਰਫੁਲ ਹੋ ਗਿਆ ਤੇ ਉਹਦੇ ਅੱਗੇ ਆਵਾਜ਼ ਚੁੱਕਣ ਵਾਲਾ ਕੌਣ ਸੀ? ਕੋਈ ਆਵਾਜ਼ ਉਹਦੇ ਅੱਗੇ ਚੁੱਕ ਨਹੀਂ ਸੀ ਸਕਦਾ। ਇੱਥੋਂ ਤੱਕ ਕਿ ਉਹ ਰਾਜਿਆਂ ਦੀ ਗੱਦੀ ਦਾ ਫੈਸਲਾ ਵੀ ਆਪ ਕਰਨ ਲੱਗ ਗਿਆ। ਇਸ ਦਾ ਇੱਕ ਸਭ ਤੋਂ ਜਿਹੜਾ ਇੰਪੋਰਟੈਂਟ ਐਗਜ਼ਾਮਪਲ ਹੈ ਉਹ ਚਾਣਕਿਆ ਵੱਲੋਂ ਚੰਦਰਗੁਪਤ ਮੌਰਿਆ ਨੂੰ ਗੱਦੀ ਨਸ਼ੀਨ ਕਰਨ ਦਾ ਹੈ। ਇੱਕ ਹਿਸਟੋਰੀਕਲ ਫੈਕਟ ਸਾਡੇ ਕੋਲ ਆ। ਕਿਉਂ ਹੋਇਆ, ਕਿਵੇਂ ਹੋਇਆ, ਚੰਦਰਗੁਪਤ ਮੌਰਿਆ ਕੌਣ ਸੀ, ਚਾਣਕਿਆ ਕੌਣ ਸੀ, ਉਹ ਇਸ ਟਾਈਮ ਦੇ ਉੱਤੇ ਮੇਰਾ ਵਿਸ਼ਾ ਨਹੀਂ, ਕਿਉਂਕਿ ਉਹਦੇ ਨਾਲ ਡਿਸਕਸ਼ਨ ਬਹੁਤ ਲੰਬੀ ਹੋ ਜੂਗੀ। ਮੈਂ ਇਹ ਕੋਟ ਸਿਰਫ ਇਸ ਲਈ ਕਰ ਰਹੀ ਹਾਂ ਕਿ ਤੁਹਾਨੂੰ ਬ੍ਰਾਹਮਣ ਦੀ ਹੱਥ ਦੇ ਵਿੱਚ ਆਈ ਜੋ ਤਾਕਤ ਸੀ, ਜੋ ਸ਼ਕਤੀ ਸੀ, ਸਿਰਫ ਉਹਦੇ ਬਾਰੇ ਜਾਣੂ ਕਰਾਉਣ ਨੂੰ ਕਿ ਉਹ ਕਿੰਨਾ ਪਾਵਰਫੁਲ ਹੋ ਗਿਆ, ਬ੍ਰਾਹਮਣ ਕਿੰਨਾ ਪਾਵਰਫੁਲ ਹੋ ਗਿਆ। ਕਿਸ ਤਰੀਕੇ ਨਾਲ ਉਸ ਬ੍ਰਾਹਮਣ ਨੇ ਆਪਣੀ ਤਾਕਤ ਦੇ ਥਰੂ ਇੱਕ ਬ੍ਰਾਹਮਣ, ਔਰ ਉਹਨੇ ਪੂਰੀ ਦੀ ਪੂਰੀ ਨੰਦਾ ਡਾਇਨੈਸਟੀ ਨੂੰ ਖ਼ਤਮ ਕਰਕੇ ਚੰਦਰਗੁਪਤ ਮੌਰਿਆ ਜਿਹੜੀ ਮੌਰੀਅਨ ਡਾਇਨੈਸਟੀ ਦੀ ਨੀਂਹ ਰੱਖ ਦਿੱਤੀ, ਉਹ ਇੱਕ ਬ੍ਰਾਹਮਣ ਦੇ ਕੋਲੋਂ ਹੋਇਆ। ਹੁਣ ਜਦੋਂ ਕੋਈ ਇੰਨਾ ਜ਼ਿਆਦਾ ਪਾਵਰਫੁਲ ਹੋ ਜਾਊਗਾ ਤੇ ਉਹਦੇ ਖਿਲਾਫ ਬੋਲਣਾ ਕਿਸੇ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇੱਥੋਂ ਤੱਕ ਤਾਂ ਸੀਗੀ ਆਪਣੀ ਗੱਲ ਜਦੋਂ ਕਿ ਬ੍ਰਾਹਮਣ ਦੇ ਕਰਮ ਕਾਂਡਾਂ ਦੀ। ਹੁਣ ਆਪਾਂ ਆਉਂਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ। ਜਦੋਂ ਗੁਰੂ ਨਾਨਕ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਇਸ ਜਗ ਮੇ ਪਰਵਰਿਆ, ਉਸ ਵੇਲੇ ਇੱਥੇ ਬਹਿਲੋਲ ਲੋਧੀ ਦਾ ਰਾਜ ਸੀ। ਹੁਣ ਧਾੜਵੀ ਤਾਂ ਸਪਤ ਸਿੰਧੂ ਦੇ ਵਿੱਚ, ਜਿਹਨੂੰ ਉਸ ਇਲਾਕੇ ਨੂੰ ਸਪਤ ਸਿੰਧੂ ਕਿਹਾ ਜਾਂਦਾ, ਮੈਂ ਉਹਨੂੰ ਹਿੰਦੁਸਤਾਨ ਨਹੀਂ ਕਹਿਣਾ ਚਾਹੁੰਦੀ, ਮੈਂ ਉਹਨੂੰ ਭਾਰਤ ਨਹੀਂ ਕਹਿਣਾ ਚਾਹੁੰਦੀ, ਕਿਉਂਕਿ ਉਹ ਸਪਤ ਸਿੰਧੂ ਸੀ। ਉਸ ਇਲਾਕੇ ਦੇ ਵਿੱਚ ਉਹ ਧਾੜਵੀ 1100 ਤੋਂ ਆਸ-ਪਾਸ ਹੀ ਆਉਣੇ ਸ਼ੁਰੂ ਹੋ ਗਏ, ਪਰ ਉਹ ਆਉਂਦੇ ਸੀ, ਲੁੱਟਾਂ ਖੋਹਾਂ ਕਰਦੇ ਸੀ, ਆਪਣੇ ਘਰ ਨੂੰ ਪਰਤ ਜਾਇਆ ਕਰਦੇ ਸੀ। ਅਲਾਉਦੀਨ ਖਿਲਜੀ ਜਦੋਂ ਆਉਂਦਾ ਹੈ ਤਾਂ ਉਹ 1300 ਦੇ ਵਿੱਚ ਇੱਕ ਟੈਕਸ ਨਵਾਂ ਲਗਾ ਕੇ ਇਹ ਗੱਲ ਕਾਇਮ ਕਰ ਦਿੰਦਾ ਕਿ ਮੈਂ ਇਹਨਾਂ ਲੋਕਾਂ ਦੇ ਉੱਤੇ ਰੂਲ ਕਰਨਾ ਚਾਹੁੰਦਾ। ਹੁਣ ਜਦੋਂ ਤੁਸੀਂ ਕਿਸੇ ਉੱਤੇ ਰੂਲ ਕਰਨਾ ਤਾਂ ਬੜੀ ਇੰਪੋਰਟੈਂਟ ਜੀ, ਬੜੀ ਨੋਰਮਲ ਜੀ ਗੱਲ ਆ ਕਿ ਜਾਂ ਤਾਂ ਤੁਸੀਂ ਉਹਨਾਂ ਵਰਗੇ ਹੋ ਜਾਓ ਅਤੇ ਜਾਂ ਉਹਨਾਂ ਨੂੰ ਆਪਣੇ ਵਰਗੇ ਕਰ ਲਓ। ਉਹ ਬੰਦਾ ਇਸਲਾਮਿਕ ਸੀ ਔਰ ਆਪਣਾ ਧਰਮ ਕਦੀ ਨਹੀਂ ਸੀ ਛੱਡਣਾ ਚਾਹੁੰਦਾ। ਸੋ ਉਹਦੇ ਵਾਸਤੇ ਇੰਪੋਰਟੈਂਟ ਇਹ ਸੀ ਕਿ ਜਿਹੜੇ ਉਹਦੇ ਵਰਗੇ ਨਹੀਂ ਹੈ, ਜਿਹੜੇ ਆਮ ਲੋਕ ਆ, ਉਹਨਾਂ ਨੂੰ ਆਪਣੇ ਵਰਗਾ ਕਰ ਲਿਆ ਜਾਏ। ਸੋ ਇਸ ਤੋਂ ਬਾਅਦ ਉਹ ਉਸ ਟਾਈਮ ਦੇ ਉੱਤੇ ਜਿਹੜੀ ਫਿਰ ਹੈਗੀ ਆ ਕਿ ਉਹ ਮੰਦਰ ਤੋੜਨੇ ਸ਼ੁਰੂ ਕਰਦਾ। ਹੁਣ ਇੱਥੇ ਜ਼ਰਾ ਧਿਆਨ ਦਿਓ ਕਿ ਉਹ ਮੰਦਰ ਹੀ ਕਿਉਂ ਤੋੜਦਾ। ਇਸ ਦੇ ਜਵਾਬ ਨੂੰ ਤੁਸੀਂ ਆਪਣੇ ਆਪ ਹੀ ਜਿਹੜੀਆਂ ਸਾਡੀਆਂ ਬੇਅਦਬੀਆਂ ਹੋ ਰਹੀਆਂ ਨਾ, ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੱਜ ਦੇ ਯੁੱਗ 'ਚ ਜੋ ਬੇਅਦਬੀ ਹੋ ਰਹੀ ਹੈ, ਉਹਦੇ ਨਾਲ ਰਿਲੇਟ ਕਰ ਲਿਓ। ਮੰਦਰ ਦੇ ਵਿੱਚ ਹਿੰਦੂ ਕਹਿੰਦਾ ਆ, ਬ੍ਰਾਹਮਣ ਕਹਿੰਦਾ ਹੈ ਕਿ ਮੇਰਾ ਰੱਬ ਮੰਦਰ ਦੇ ਵਿੱਚ ਹੈ। ਹੁਣ ਉਹ ਜਿਹੜਾ ਰੱਬ ਉਹਦਾ ਮੰਦਰ ਦੇ ਵਿੱਚ ਹੈ, ਖਿਲਜੀ ਉਹਨੂੰ ਤੋੜ ਕੇ, ਉਸ ਮੰਦਰ ਨੂੰ ਤੋੜ ਕੇ ਸਾਬਤ ਕਰ ਦਿੰਦਾ ਕਿ ਨਾ ਸਿਰਫ ਤੇਰੇ ਉੱਤੇ, ਮੈਂ ਤੇਰੇ ਰੱਬ ਦੇ ਉੱਤੇ ਵੀ ਵਿਕਟਰੀ ਜਾਂ ਜਿੱਤ ਪ੍ਰਾਪਤ ਕਰ ਲਈ ਹੈ। ਇਹ ਉਹ ਗੱਲ ਅਨਾਊਂਸ ਕਰ ਦਿੰਦਾ। ਹੁਣ ਇਹਦੇ ਵਿੱਚ ਹੀ, ਇਸੇ ਲਾਈਨ ਦੇ ਵਿੱਚ ਤੁਸੀਂ ਆਪਣੀ ਜਿਹੜੀ ਜੋ ਸਾਡੇ ਨਾਲ ਹੋ ਰਿਹਾ, ਕਿਉਂਕਿ ਸਾਡਾ ਜਿਹੜੀ ਆਸਥਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆ, ਅਤੇ ਉਹਨੂੰ ਆਪਣੇ ਆਪ ਰਿਲੇਟ ਕਰ ਲਓ। ਮੈਂ ਉਹਦੇ ਵਿੱਚ ਬਹੁਤ ਲੰਬੀ ਜਾਂ ਇਨ ਡੈਪਥ ਨਹੀਂ ਜਾਊਂਗੀ। ਖੈਰ, ਜਦੋਂ ਇਸਲਾਮਿਕ ਇਸ ਤਰੀਕੇ ਨਾਲ ਆਉਂਦੇ ਜਾਂਦੇ ਆ, ਉਸ ਤੋਂ ਬਾਅਦ ਫਿਰ ਅਲਾਉਦੀਨ ਖਿਲਜੀ ਤੋਂ ਬਾਅਦ ਆਪਣੇ ਕੋਲ ਤੁਗਲਕ ਡਾਇਨੈਸਟੀ ਆਉਂਦੀ ਆ। ਮੁਹੰਮਦ ਤੁਗਲਕ ਬਕਾਇਦਾ ਇਹ ਗੱਲ ਕਲੀਅਰ ਕਰ ਦਿੰਦਾ ਹੈ ਕਿ ਮੈਂ ਜਿਹੜਾ ਇਸਲਾਮਿਕ ਲਾਅ ਦੇ ਅੰਡਰ ਹੀ, ਸ਼ਰੀਆ ਦੇ ਅੰਡਰ ਹੀ ਕੰਮ ਕਰੂੰਗਾ। ਮੈਂ ਇੱਥੇ ਬਰਾਨੀ ਨੂੰ ਕੋਟ ਕਰੂੰਗੀ। ਆਈ ਐਮ ਲੈਪਿਡਸ ਦੀ ਕਿਤਾਬ ਹੈ, ਹਿਸਟਰੀ ਆਫ ਇਸਲਾਮਿਕ ਸੋਸਾਇਟੀ ਦੇ ਪੰਨਾ ਨੰਬਰ 394 ਦੇ ਉੱਤੇ ਉਹ ਲਿਖਦਾ ਹੈ ਕਿ ਬਰਾਨੀ ਦਾ ਲੈਂਗੁਏਜ ਹੈ ਬਟ ਟਰਾਂਸਲੇਟਡ ਹੈ। ਦ ਰੂਲਰ ਮਸਟ ਫੋਲੋ ਦ ਟੀਚਿੰਗਸ ਆਫ ਦੀ ਪ੍ਰੋਫਿਟ, enforce Islamic law, suppress rebellions, punish heretics, subordinate non-believers and protect the weak against the strong। ਇੱਥੇ ਬੜੀ ਇੰਪੋਰਟੈਂਟ ਜੀ ਗੱਲ ਸਾਹਮਣੇ ਆਉਂਦੀ ਹੈ। ਇੱਕ, enforce Islamic law, ਦੂਸਰੀ suppress rebellion, ਅਤੇ ਤੀਸਰੀ ਗੱਲ ਜਿਹੜੀ ਹੈਗੀ ਆ ਉਹ ਹੈਗੀ ਆ protect the weak against the strong। ਇਹ ਦੋਨੋਂ ਚੀਜ਼ਾਂ ਕਿੱਦਾਂ ਤੁਸੀਂ ਇਕੱਠੀਆਂ ਕਿੱਦਾਂ ਕਰ ਸਕਦੇ ਹੋ? ਇਹ ਇਕੱਠੀਆਂ ਹੋ ਹੀ ਨਹੀਂ ਸਕਦੀਆਂ, ਕਿਉਂਕਿ ਜਿਹੜੇ
ਜਿਹੜੇ ਮਾਸੂਮ ਲੋਕ ਨੇ, ਜਿਹੜੇ ਵਿਚਾਰੇ ਵੀਕ ਕਮਜ਼ੋਰ ਲੋਕ ਨੇ, ਬੇਸਿਕਲੀ ਤਾਂ ਉਹਨਾਂ ਕਮਜ਼ੋਰ ਲੋਕਾਂ ਦੇ ਉੱਤੇ ਹੀ ਤੁਸੀਂ ਰਾਜ ਕਰ ਰਹੇ ਆ। ਅਤੇ ਜਦੋਂ ਵੀ ਉਹ ਆਪਣੇ ਹੱਕ ਲੈਣ ਲਈ ਉੱਠਣਗੇ, ਤੁਸੀਂ ਕਹੋਗੇ ਇਹ ਰਿਬੇਲੀਅਸ ਆ, ਜੋ ਅੱਜ ਸਾਡੇ ਨਾਲ ਵੀ ਪੰਜਾਬ 'ਚ ਹੋ ਰਿਹਾ, ਅਤੇ ਉਹਨਾਂ ਨੂੰ ਫਿਰ ਸੁਪਰੈਸ ਕਰ ਦਿਓ। ਹੁਣ ਇਸਲਾਮਿਕ ਜੇ ਸ਼ਰੀਆ ਦੇ ਵਿੱਚ ਇਹ ਬੜਾ ਕਲੀਅਰ ਕੱਟ ਸੀਗਾ ਕਿ ਤੁਸੀਂ ਕਮਜ਼ੋਰ ਬੰਦੇ ਦੇ ਉੱਤੇ ਜ਼ੁਲਮ ਨਹੀਂ ਕਰ ਸਕਦੇ। ਜੇ ਬੜਾ ਕਲੀਅਰ ਸੀਗਾ ਕਿ ਤੁਸੀਂ ਕਮਜ਼ੋਰ ਬੰਦੇ ਨੂੰ ਦੀ ਸਹਾਇਤਾ ਕਰਨੀ ਆ, ਦੀ ਹੈਲਪ ਕਰਨੀ ਆ। ਫਿਰ ਜ਼ਰਾ ਇਹ ਸੋਚ ਕੇ ਦੇਖਿਓ ਕਿ ਇਹ ਫਿਰ ਕਿਸ ਤਰ੍ਹਾਂ ਹੋ ਗਿਆ ਕਿ ਇਸਲਾਮਿਕ ਰੂਲ ਨੇ, ਜਿੱਥੇ ਜਿੱਥੇ ਵੀ ਇਸਲਾਮਿਕ ਰੂਲ ਰਿਹਾ, ਉੱਥੇ ਉਹਨਾਂ ਨੇ ਗਰੀਬਾਂ, ਮਜ਼ਲੂਮਾਂ, ਕਮਜ਼ੋਰਾਂ ਦੇ ਉੱਤੇ ਇੰਨੇ ਜ਼ੁਲਮ ਕੀਤੇ। ਇਹ ਸਾਰਾ ਕੁਝ ਕਿੱਦਾਂ ਹੋ ਗਿਆ, ਇਹ ਸਮਝਣ ਵਾਲੀ ਗੱਲ ਹੈ। ਤੁਗਲਕ ਆਉਂਦਾ ਹੈ, ਤੁਗਲਕ ਤੋਂ ਬਾਅਦ ਫਿਰ ਲੋਧੀ ਡਾਇਨਾਸਟੀ ਆਉਂਦੀ ਆ, ਉਸ ਤੋਂ ਬਾਅਦ ਫਿਰ ਮੁਗਲੀਆ ਹਕੂਮਤ ਆਉਂਦੀ ਆ। ਇਹ ਜਿਹੜਾ ਨਿਰੰਤਰ ਚੱਲਦਾ ਜਾਂਦਾ, ਜੋ ਇੱਕ ਗਰੀਬ ਗੁਰਬੇ ਦੇ ਉੱਤੇ ਜਿਹੜੀ ਧਾੜਵੀਆਂ ਦਾ ਹਮਲਾ, ਉਹਨਾਂ ਨੂੰ ਸਪਰੈਸ਼ਨ, ਉਹ ਚੱਲਦਾ ਰਹਿੰਦਾ। ਹੁਣ ਇੱਥੇ ਜਿਹੜਾ ਸਵਾਲ ਹੈ ਨਾ, ਉਹ ਕਰਮਕਾਂਡ ਵਾਲਾ ਹੀ ਖੜਾ ਹੋ ਜਾਂਦਾ ਹੈ। ਜਦੋਂ ਮੈਂ ਇਹ ਪੁੱਛਦੀ ਹਾਂ ਕਿ ਇਹ ਕਿੱਦਾਂ ਹੋ ਗਿਆ, ਜਦੋਂ ਕੁਰਾਨ ਉਹਨਾਂ ਨੂੰ ਇਸ ਗੱਲ ਦੀ ਮਨਾਹੀ ਕਰਦੀ ਹੈ, ਤਾਂ ਫਿਰ ਇਹ ਕਿਸ ਤਰ੍ਹਾਂ ਹੋ ਗਿਆ, ਇੱਥੇ ਦੁਬਾਰਾ ਜਿਹੜਾ ਕਰਮਕਾਂਡ ਵਾਲਾ ਸਵਾਲ ਖੜਾ ਹੋ ਜਾਂਦਾ। ਹੁਣ ਇਸਲਾਮਿਕ ਨਾਮ ਥੱਲੇ ਇਹ ਸਭ ਕੁਝ ਕਿਵੇਂ ਹੋ ਗਿਆ? ਜੇ ਇਸਲਾਮਿਕ ਆਪਣੇ ਆਪ ਦੇ ਵਿੱਚ ਹੀ ਕੁਰਾਨ ਸ਼ਰੀਫ ਇਸ ਚੀਜ਼ ਨੂੰ ਮਨਾ ਕਰ ਰਹੀ ਹੈ, ਤਾਂ ਫਿਰ ਉਹੀ ਚੀਜ਼ਾਂ ਕੁਰਾਨ ਸ਼ਰੀਫ ਦੇ ਹੁੰਦਿਆਂ ਹੋਇਆਂ ਔਰ ਮੁਸਲਮਾਨਾਂ ਦੇ ਜਿਹੜੇ ਉਹ ਆਪਣੇ ਆਪ ਨੂੰ ਬੜੇ ਇਸਲਾਮਿਕ ਲੋਕ ਕਹਿਣ ਵਾਲੇ ਹੀ ਇਹ ਸਾਰਾ ਕੁਝ ਕਿਵੇਂ ਕਰ ਰਹੇ ਸੀਗੇ? ਹੁਣ ਇਹਦਾ ਆਨਸਰ ਇਹ ਹੈ ਕਿ ਹਰ ਮੁਸਲਮਾਨ ਕੁਰਾਨ ਨਹੀਂ ਸੀ ਪੜ੍ਹਦਾ, ਕਿਉਂਕਿ ਕੁਰਾਨ ਅਰਬੀ ਵਿੱਚ ਸੀ, ਅਤੇ ਅਰਬੀ ਜਿਹੜੀ ਆ ਉਹ ਖਾਸ ਲੋਕਾਂ ਦੀ ਭਾਸ਼ਾ ਸੀ। ਹੁਣ ਇੱਥੇ ਵੀ ਜਿਸ ਤਰੀਕੇ ਨਾਲ ਬ੍ਰਾਹਮਣ ਆ ਗਏ, ਇੱਥੇ ਕਾਜ਼ੀ ਅਤੇ ਮੌਲਵੀ ਆ ਗਏ। ਇੱਥੇ ਵੀ ਜਿਹੜੇ ਰਾਜਸੀ ਫੈਸਲੇ ਸਨ, ਉਹ ਕਾਜ਼ੀਆਂ ਅਤੇ ਮੌਲਵੀਆਂ ਦੇ ਹੱਥਾਂ ਵਿੱਚ ਹੋ ਗਏ। ਹੁਣ ਭਾਰਤ ਵਾਸੀਆਂ ਦੇ ਉੱਤੇ ਜਿਹੜਾ ਕਾਬੂ ਰੱਖਣ ਲਈ, ਕਿਉਂਕਿ ਜਦੋਂ ਕਾਜ਼ੀ ਅਤੇ ਜਿਹੜੇ ਕਾਜ਼ੀਆਂ ਨੇ ਜਦੋਂ ਵੇਖਣਾ, ਉਹਨਾਂ ਨੇ ਇਹ ਵੀ ਵੇਖਣਾ ਕਿ ਇਸਲਾਮਿਕ ਲਾਅ ਵੀ ਪੂਰੇ ਹੋਣ ਅਤੇ ਰਿਬੇਲੀਅਨ ਜਿਹੜੀ ਆ ਉਹ ਵੀ ਸਪਰੈਸ ਹੋਵੇ। ਜਦੋਂ ਰਿਬੇਲੀਅਨ ਨੂੰ ਤੁਸੀਂ ਸਪਰੈਸ ਕਰੋਗੇ ਤਾਂ ਤੁਹਾਨੂੰ ਫਤਵੇ ਦੇਣੇ ਪੈਣਗੇ। ਫਤਵੇ ਦਿਓਗੇ ਤਾਂ ਫਤਵਿਆਂ ਦਾ ਮਤਲਬ ਕੀ ਆ ਕਿ ਤੁਹਾਨੂੰ ਉਹਨਾਂ ਦੇ ਉੱਤੇ ਜਿਹੜੇ ਆਮ ਲੋਕ, ਉਹਨਾਂ 'ਤੇ ਕਠੋਰਤਾ ਰੱਖਣੀ ਪਊਗੀ। ਹੁਣ ਇਸੇ ਕਠੋਰਤਾ ਦੇ ਵਿੱਚੋਂ ਜੋ ਨਿਕਲ ਕੇ ਆਉਂਦਾ ਆ, ਉਹ ਹੈ ਉਹਨਾਂ ਦਾ ਆਪਣਾ ਇੱਕ ਕਿਰਦਾਰ। ਉਹ ਕਿਰਦਾਰ ਕਿਹੋ ਜਿਹਾ ਹੋ ਗਿਆ? ਉਹ ਕਿਰਦਾਰ ਕਰਪਟ ਵੀ ਹੋ ਗਿਆ। ਉਹ ਕਿਰਦਾਰ ਜਿਹੜਾ ਆ, ਉਹ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਾਉਣ ਦਾ ਹੁਕਮ ਵੀ ਸੁਣਾ ਦਿੰਦਾ ਆ। ਉਹ ਸਾਰਾ ਉਸੇ ਕਿਰਦਾਰ ਦੇ ਵਿੱਚੋਂ ਨਿਕਲ ਕੇ ਆਇਆ, ਕਿਉਂਕਿ ਕਾਜ਼ੀ ਨੇ ਰਿਲੀਜਨ ਵੀ ਸਾਂਭਣਾ ਸੀ ਔਰ ਕਾਜ਼ੀ ਨੇ ਰਾਜਸੀ ਜਿਹੜੀ ਗੱਦੀ ਸੀ ਉਹ ਵੀ ਸੰਭਾਲਣੀ ਸੀ। ਹੁਣ ਇੱਥੇ ਜਿਹੜਾ ਇੱਕ ਬੜਾ ਜਿਹੜੇ ਦਿਲ ਸੈਂਸਿਟਿਵ ਹੋਣੇ ਸੀ, ਜਿਸ ਧਰਮ ਨੇ ਉਹਨਾਂ ਨੂੰ ਸੈਂਸਿਟਿਵਿਟੀ, ਸੌਫਟਨੈਸ ਜਾਂ ਪੇਸ਼ੈਂਸ ਸਿਖਾਉਣੀ ਸੀ, ਉਹਨੇ ਬਜਾਏ ਇਹ ਸਭ ਦੇ ਉਹਨਾਂ ਨੂੰ ਕਠੋਰ ਬਣਾ ਦਿੱਤਾ। ਹੁਣ ਇਹਦੇ ਉੱਤੇ ਕਬੀਰ ਸਾਹਿਬ ਬੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ ਹੋ ਕੇ ਬੜਾ ਵਧੀਆ ਲਿਖਦੇ ਨੇ। ਮੈਂ ਉਹ ਪੂਰਾ ਸ਼ਬਦ ਹੀ ਬੋਲਣਾ ਚਾਹੂੰਗੀ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਾਹਰਾ ਹੋਏ, ਜਾ ਕਾਰਨ ਤੂੰ ਬਾਂਗ ਦੇ, ਦਿਲ ਹੀ ਪੀਤਰ ਜੋਏ, ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ, ਕਬੀਰ ਜਾ ਕੀ ਦਿਲ ਸਾਬਤ ਨਹੀਂ, ਤਾਂ ਕਹੋ ਕਹਾਂ ਖੁਦਾਏ। ਜਿਸ ਦਾ ਦਿਲ ਸਾਬਤ ਨਹੀਂ, ਜਿਸ ਦਾ ਦਿਲ ਪਿਓਰ ਨਹੀਂ, ਉਹਦੇ ਵਾਸਤੇ ਖੁਦਾ ਕੀ ਆ? ਉਹ ਸਾਫ਼ ਕਹਿੰਦੇ ਨੇ ਕਬੀਰ ਸਾਹਿਬ ਕਿ ਤੂੰ ਲੱਖ ਮਨਾਰਾਂ ਦੇ ਉੱਤੇ ਚੜ੍ਹ ਕੇ ਬਾਂਗਾਂ ਦੇ ਲੈ, ਪਰ ਜਿਹੜਾ ਖੁਦਾ ਆ, ਜਿਹੜਾ ਰੱਬ ਆ, ਉਹ ਤੇਰੇ ਅੰਦਰ ਆ, ਉਹ ਤੇਰੇ ਵਿੱਚ ਆ। ਅਤੇ ਜੇ ਤੇਰਾ ਦਿਲ ਸਾਫ਼ ਨਹੀਂ, ਤਾਂ ਫਿਰ ਤੈਨੂੰ ਰੱਬ ਕਿਤੇ ਨਹੀਂ ਲੱਭ ਸਕਦਾ। ਅੱਗੇ ਉਹ ਬੋਲਦੇ ਨੇ, ਕਬੀਰ ਜੋਰੀ ਕੀਏ ਜ਼ੁਲਮ ਹੈ। ਇਹ ਬੜੇ ਧਿਆਨ ਨਾਲ ਦੇਖਣਾ। ਕਬੀਰ ਜੋਰੀ ਕੀਏ ਜ਼ੁਲਮ ਹੈ, ਕਹਿਤਾ ਨਾਉ ਹਲਾਲ, ਬੇਸ਼ੱਕ ਤੂੰ ਲੀਗਲ ਕਹੀ ਚੱਲ, ਬੇਸ਼ੱਕ ਕਹੀ ਚੱਲ ਵੀ ਇਹ ਲੀਗਲ ਆ, ਬੇਸ਼ੱਕ ਤੂੰ ਕਹੀ ਚੱਲ ਕਿ ਇਹ ਸਟੇਟ ਦਾ ਆਪਣਾ ਇੱਕ ਹੱਕ ਆ, ਪਰ ਜੇ ਤੂੰ ਆਮ ਗਰੀਬ ਗੁਰਬੇ ਦੇ ਉੱਤੇ ਫੋਰਸ ਦਾ ਯੂਜ਼ ਕਰ ਰਿਹਾ ਤਾਂ ਉਹ ਗਲਤ ਹੀ ਰਹੂਗਾ, ਉਹ ਹਲਾਲ ਕਦੀ ਨਹੀਂ ਹੋ ਸਕਦਾ। ਦਫ਼ਤਰ ਲੇਖਾ ਮੰਗੀਏ ਤਬ ਹੋਏਗੋ ਕੌਣ ਹਵਾਲ। ਜਦੋਂ ਉਹ ਉੱਪਰ ਵਾਲੀ ਦਰਗਾਹ ਦੇ ਵਿੱਚ ਜਾ ਕੇ ਤੇਰਾ ਲੇਖਾ ਮੰਗਿਆ ਜਾਊਗਾ, ਉਦੋਂ ਤੂੰ ਕਿਹੜਾ ਹਵਾਲਾ ਦੇਂਗਾ? ਇਹ ਕਬੀਰ ਸਾਹਿਬ ਬਹੁਤ ਖੂਬ ਦੱਸ ਦਿੰਦੇ ਨੇ ਉਸ ਸਮੇਂ ਦੇ ਕਾਜ਼ੀਆਂ ਬਾਰੇ। ਹੁਣ ਇਹਦੇ ਵਿੱਚ ਉਹ ਸਾਰਾ ਕੁਛ ਹੀ ਆ ਜਾਂਦਾ ਹੈ ਕਿ ਜਿਹੜੇ ਕਾਜ਼ੀ ਆ ਉਹ ਕੀ ਕਰ ਰਹੇ ਸੀਗੇ, ਅਤੇ ਉਹਨਾਂ ਦੇ ਅੰਦਰ ਬਾਹਰ ਦੀ ਜਿਹੜੀ ਉਹ ਗਲਤੀ ਸੀ ਉਹ ਕੀ ਸੀ। ਉਹ ਬਾਹਰੋਂ ਬੇਸ਼ੱਕ ਉਹ ਮਨਾਰਿਆਂ 'ਤੇ ਚੜ੍ਹ ਕੇ ਬਾਂਗਾਂ ਵੀ ਦੇ ਰਹੇ ਸੀ, ਨਮਾਜ਼ਾਂ ਵੀ ਪੜ੍ਹ ਰਹੇ ਸੀ, ਹਰ ਤਰ੍ਹਾਂ ਦਾ ਜੋ ਸ਼ਰੀਆ ਦੇ ਅਕੋਰਡਿੰਗ, ਜੋ ਇਸਲਾਮਿਕ ਲਾਜ਼ ਦੇ ਅਕੋਰਡਿੰਗ, ਜੋ ਕੁਰਾਨ ਦੇ ਅਕੋਰਡਿੰਗ ਉਹਨਾਂ ਨੇ ਕਰਨਾ ਸੀ ਉਹ ਕਰ ਰਹੇ ਸੀ, ਪਰ ਉਹਨਾਂ ਦੇ ਅੰਦਰ ਜਿਹੜਾ ਉਹਨਾਂ ਦਾ ਆਪਣਾ ਕਿਰਦਾਰ ਹੈ ਉਹ ਡਿਵੈਲਪ ਨਹੀਂ ਹੋਇਆ। ਸਾਫ਼ ਲਿਖਿਆ ਅੱਗੇ ਕਬੀਰ ਸਾਹਿਬ ਇੱਕ ਜਗ੍ਹਾ 'ਤੇ ਲਿਖਦੇ ਨੇ, ਦਿਲ ਮੈਂ ਕਪਟ ਨਿਵਾਜ਼ ਗੁਜ਼ਾਰੇ, ਕਿਆ ਹਜ ਕਾਬੇ ਜਾਏ। ਕਿ ਤੇਰੇ ਦਿਲ ਦੇ ਵਿੱਚ ਕਪਟ ਹੈ, ਤੇਰੇ ਦਿਲ ਦੇ ਵਿੱਚ ਚੋਰ ਹੈ, ਤੂੰ ਹਰ ਇੱਕ ਮਜ਼ਲੂਮ ਦੇ ਉੱਤੇ ਵੀ ਜ਼ੁਲਮ ਕਰਨਾ ਜਾਣਦਾ, ਪਰ ਫਿਰ ਤੂੰ ਕਾਬੇ ਜਾਂ ਜਿਹੜਾ ਹਜ 'ਤੇ ਜਾਣਾ ਉਹਦਾ ਕੀ ਫਾਇਦਾ? ਕੋਈ ਫਾਇਦਾ ਨਹੀਂ ਉਹਦੇ ਨਾਲ।
ਹੁਣ ਇੱਥੇ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਇਹ ਇਸ ਲਈ ਸਾਂਝੀਆਂ ਕੀਤੀਆਂ ਕਿ ਜਿਹੜੀ ਕਹਿਣੀ ਅਤੇ ਕਰਨੀ ਦੇ ਵਿੱਚ ਫਰਕ ਜਿਹੜਾ ਹੈ ਨਾ, ਉਹ ਤੁਹਾਡੇ ਕਿਰਦਾਰ ਨੂੰ ਡਾਵਾਂਡੋਲ ਕਰ ਦਿੰਦਾ। ਜਿਵੇਂ ਕਿ ਇਹਨਾਂ ਸਾਰੇ ਲੋਕਾਂ ਨਾਲ ਹੋਇਆ, ਤਕਰੀਬਨ ਆਪਣੇ ਨਾਲ ਵੀ ਇੰਝ ਹੀ ਹੋ ਰਿਹਾ। ਜਦੋਂ ਕਾਜ਼ੀ ਜਿਹੜਾ ਆ ਉਹ ਬੋਲਦਾ ਕੁਛ ਹੈ, ਕਰਦਾ ਕੁਛ ਹੈ। ਇਸਲਾਮ ਉਹਨੂੰ ਕੁਛ ਸਿਖਾਉਂਦਾ, ਉਹ ਕਰਦਾ ਕੁਛ ਹੈ। ਔਰ ਬਕਾਇਦਾ ਕਾਜ਼ੀ ਦਾ, ਹੁਣ ਮੈਂ ਇੱਥੇ ਪੰਡਿਤ ਅਤੇ ਕਾਜ਼ੀ ਨੂੰ ਕਿਉਂ ਇੰਪੋਰਟੈਂਸ ਦੇ ਰਹੀ ਹਾਂ, ਕਿਉਂਕਿ ਪੰਡਿਤ ਆਪਣੇ ਲੋਕਾਂ ਨੂੰ ਇੰਟਰਪ੍ਰੀਟੇਸ਼ਨ ਦੇ ਰਿਹਾ ਅਤੇ ਕਾਜ਼ੀ ਆਪਣੇ ਲੋਕਾਂ ਨੂੰ ਇੰਟਰਪ੍ਰੀਟੇਸ਼ਨ ਦੇ ਰਿਹਾ। ਔਰ ਲੋਕ ਜਿਹੜੇ ਆ ਉਹ ਉਸੇ ਇੰਟਰਪ੍ਰੀਟੇਸ਼ਨ ਦੇ ਅੱਗੇ ਹੀ ਚੱਲਦੇ ਜਾ ਰਹੇ ਆ। ਜਿਨ੍ਹਾਂ ਪੰਡਿਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜਗਨਨਾਥਪੁਰੀ ਵਿੱਚ ਤਾੜਨਾ ਦਿੰਦੇ ਆ, ਉਹ ਬੇਸਿਕਲੀ ਆਪਣੀ ਮਰਜ਼ੀ ਨਾਲ ਥੋੜ੍ਹੀ ਕਰ ਰਹੇ ਸੀ, ਉਹ ਤਾਂ ਪੰਡਿਤ ਦੇ ਜੋ ਕਰਮ ਕਾਂਡ ਸੀ ਉਹਦੇ ਉੱਤੇ ਕਰ ਰਹੇ ਸੀ। ਤਾਂ ਗੁਰੂ ਪਾਤਸ਼ਾਹ ਉਸ ਜਿਹੜੇ ਕਰਮ ਕਾਂਡ ਜੋ ਉਹਨਾਂ ਨੂੰ ਇੱਕ ਉਲੀਕ ਕੇ ਦਿੱਤੇ ਗਏ ਸੀ, ਉਹਦੇ ਉੱਤੇ ਗੱਲ ਕਰ ਰਹੇ ਆ। ਇਸੇ ਤਰੀਕੇ ਨਾਲ ਹੀ ਜਦੋਂ ਆਪਾਂ ਅੱਗੇ ਆਉਂਦੇ ਹਾਂ ਅਤੇ ਜਿਹੜੇ ਕਾਜ਼ੀ ਆ, ਹੁਣ ਜੋ ਵੀ ਉਹ ਕਹਿ ਰਿਹਾ, ਜੋ ਫਤਵਾ ਜਾਰੀ ਕਰ ਰਿਹਾ ਕਿ ਦੇਖੋ ਜੀ ਸ਼ਰੀਆ ਦੇ ਅਕੋਰਡਿੰਗ ਤਾਂ ਇਹੀ ਲਾਅ ਹੈ, ਉਹ ਇਸ ਕਰਕੇ ਹੋ ਰਿਹਾ ਕਿਉਂਕਿ ਜਿਹੜਾ ਸਿੰਘਾਸਨ 'ਤੇ ਬੈਠਾ ਉਹ ਆਪ ਨਹੀਂ ਪੜ੍ਹ ਰਿਹਾ, ਉਹਨੂੰ ਆਪ ਨੂੰ ਕੁਛ ਨਹੀਂ ਪਤਾ, ਉਹ ਕਾਜ਼ੀ 'ਤੇ ਡਿਪੈਂਡ ਕਰਦਾ। ਅਤੇ ਕਾਜ਼ੀ ਨੇ ਆਪਣੀ ਜਿਹੜੀ ਉਹ ਪੋਜੀਸ਼ਨ ਉਹਨੂੰ ਬਰਕਰਾਰ ਰੱਖਣ ਲਈ ਉਹਨੂੰ ਜਿਵੇਂ ਮਰਜ਼ੀ ਇੰਟਰਪ੍ਰੇਟ ਕਰ ਰਿਹਾ। ਸੋ ਇੱਥੇ ਉਹਨਾਂ ਦੀ ਕਿਰਦਾਰ ਦੀ ਗੱਲ ਆ ਜਾਂਦੀ ਹੈ। ਹੁਣ ਸਾਡੇ ਨਾਲ ਜਿਹੜਾ, ਜਿਵੇਂ ਮੈਂ ਕਿਹਾ ਕਿ ਕੁਛ ਐਵੇਂ ਹੀ ਹੋ ਰਿਹਾ, ਅਸੀਂ ਵੀ ਆਪਣੀ ਆਰਾਮ ਪ੍ਰਸਤੀ ਦੇ ਵਿੱਚ ਲੱਗ ਕੇ ਨਾ ਸ਼ਾਰਟਕਟਸ ਅਪਣਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੌਲੀ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਯਾਦ ਰੱਖਿਓ, ਜੇ ਅਸੀਂ ਅੱਜ ਘਰ ਨਾ ਮੁੜੇ ਤਾਂ ਕੁਝ ਸਮੇਂ ਬਾਅਦ ਬਿਲਕੁਲ ਐਵੇਂ ਦਾ ਹੀ ਕੋਈ ਸੈਟਅਪ ਹੋਊਗਾ, ਐਵੇਂ ਦੀ ਹੀ ਕੋਈ ਕਿਰਨ ਇੱਥੇ ਖੜੀ ਹੋਊਗੀ ਔਰ ਉਹ ਸਵਾਲ ਇਹ ਕਰ ਰਹੇ ਹੋਊਗੀ ਕਿ ਜਿਹੜੇ ਸਿੱਖ ਹੁੰਦੇ ਸੀ, ਉਹਨਾਂ ਦੇ ਪੈਗੰਬਰ ਨੇ ਜਦੋਂ ਧਰਮ ਸ਼ੁਰੂ ਕੀਤਾ, ਜਦੋਂ ਤੀਸਰ ਪੰਥ ਚਲਾਇਆ, ਤਾਂ ਉਸ ਤੀਸਰ ਪੰਥ ਦੀ ਨੀਂਹ ਹੀ ਉਹਨਾਂ ਨੇ ਕਰਮ ਕਾਂਡਾਂ ਦੇ, ਉਹਨਾਂ ਨੇ ਜਿਹੜੇ ਕਹਿਣੀ ਕਰਨੀ ਦੇ ਪੂਰੇ ਲੋਕ ਨਹੀਂ ਆ, ਉਹਨਾਂ ਦੇ ਖਿਲਾਫ ਰੱਖੀ ਸੀ। ਫਿਰ ਐਸਾ ਕੀ ਹੋ ਗਿਆ ਕਿ ਉਹੀ ਸਿੱਖ ਜਿਹੜੇ ਆ ਉਹ ਫਿਰ ਤੋਂ ਉਹਨਾਂ ਹੀ ਅੰਧ ਵਿਸ਼ਵਾਸਾਂ ਦੇ ਵਿੱਚ ਫਸ ਗਏ, ਉਹਨਾਂ ਕਰਮ ਕਾਂਡਾਂ 'ਚ ਫਸ ਗਏ। ਐਸਾ ਕੀ ਹੋ ਗਿਆ? ਔਰ ਉਸ ਤੋਂ ਬਾਅਦ ਇੱਕ ਥਿਊਰੀ ਬਣੂਗੀ, ਜਿਵੇਂ ਅੱਜ ਮੈਂ ਤੁਹਾਨੂੰ ਇੱਕ ਥਿਊਰੀ ਦੇ ਰਹੀ ਹਾਂ, ਮੈਂ ਇਕੱਲੀ ਨੇ ਨਹੀਂ ਦਿੱਤੀ, ਖੈਰ ਇਹ ਬੜੀ ਕਾਮਨ ਥਿਊਰੀ ਆ, ਇਹ ਬੜੇ ਸਕਾਲਰਸ ਨੇ ਦਿੱਤੀ ਆ। ਪਰ ਜਿਹੜੀ ਇੱਕ ਥਿਊਰੀ ਮੈਂ ਦੇ ਰਹੀ ਹਾਂ ਕਿ ਉਦੋਂ ਪੰਡਿਤ ਆ ਗਏ, ਪੰਡਿਤਾਂ ਨੇ ਇੰਟਰਪ੍ਰੀਟੇਸ਼ਨ ਕੀਤੀ, ਕਾਜ਼ੀ ਆ ਗਏ, ਕਾਜ਼ੀਆਂ ਨੇ ਇੰਟਰਪ੍ਰੀਟੇਸ਼ਨ ਕੀਤੀ, ਔਰ ਲੋਕਾਂ ਨੇ ਕਿਉਂਕਿ ਆਪਣੇ ਗ੍ਰੰਥ ਆਪ ਨਹੀਂ ਸੀ ਪੜ੍ਹੇ, ਆਪਣੀ ਹਿਸਟਰੀ ਆਪ ਨਹੀਂ ਸੀ ਪੜ੍ਹੀ, ਅਤੇ ਉਹਨਾਂ ਦੇ ਪਿੱਛੇ ਚੱਲ ਪੜੇ। ਇਹੀ ਥਿਊਰੀ ਸਿੱਖਾਂ ਉੱਤੇ ਲਾਗੂ ਹੋ ਜਾਊਗੀ ਕਿ ਸਿੱਖਾਂ ਨੇ ਆਪਣਾ ਆਪ ਕੁਛ ਨਹੀਂ ਪੜ੍ਹਿਆ, ਨਾ ਆਪਣਾ ਇਤਿਹਾਸ, ਨਾ ਆਪਣੀ ਗੁਰਬਾਣੀ, ਇਸ ਕਰਕੇ ਉਹ ਉਹਨਾਂ ਦੇ ਪਿੱਛੇ ਲੱਗ ਤੁਰੇ, ਔਰ ਇਸ ਕਰਕੇ ਜਿਹੜਾ ਨਿਘਾਰ ਆ ਗਿਆ, ਇਹ ਉਦੋਂ ਇਹ ਜਵਾਬ ਹੋਊਗਾ। ਹੁਣ ਮੈਂ ਉਸ ਵੇਲੇ ਨੂੰ ਮੁੱਖ ਰੱਖਦੇ ਹੋਏ, ਜਦੋਂ ਕੋਈ ਇਹ ਪੁੱਛੂਗਾ ਕਿ ਉਹ ਲੋਕ ਕਿਹੋ ਜਿਹੇ ਸੀ, ਉਹ ਸਿੱਖ ਕਿਹੋ ਜਿਹੇ ਸੀ, ਜਿਵੇਂ ਮੈਂ ਸ਼ੁਰੂ ਕੀਤਾ ਕਿ ਉਹ ਜਿਹੜਾ ਬ੍ਰਾਹਮਣ ਦੀ ਤੇ ਜੋ ਚਲਾਕੀ ਹੈ ਸੋ ਹੈ, ਪਰ ਉਹ ਲੋਕ ਕਿਵੇਂ ਦੇ ਸੀ, ਐਵੇਂ ਹੀ ਉਦੋਂ ਸਵਾਲ ਕੀਤਾ ਜਾਊਗਾ ਕਿ ਉਹ ਲੋਕ ਕਿਵੇਂ ਦੇ ਸੀ, ਸਿੱਖ ਕਿਵੇਂ ਦੇ ਸੀ, ਉਹ ਚਲਾਕ ਸੀ ਜਾਂ ਉਹ ਬੇਵਕੂਫ ਸੀ, ਜਾਂ ਉਹ ਅਵੇਸਲੇ ਸੀ, ਅਤੇ ਜਾਂ ਫਿਰ ਭੋਲੇ ਭਾਲੇ ਸੀ। ਅਤੇ ਉਸ ਵੇਲੇ ਨੂੰ ਮੁੱਖ ਰੱਖਦੇ ਮੈਂ ਅੱਜ ਤੁਹਾਨੂੰ ਜਵਾਬ ਇਹ ਦੇ ਰਹੀ ਹਾਂ ਕਿ ਇਹ ਲੋਕ ਚਲਾਕ ਨੇ, ਭੋਲੇ ਭਾਲੇ ਤਾਂ ਕਦੀ ਨਹੀਂ, ਪਰ ਮੂਰਖ ਜ਼ਰੂਰ ਬਣ ਗਏ। ਹੁਣ ਉਹ ਕਿੱਦਾਂ, ਇਹ ਆਪਾਂ ਅੱਗੇ ਗੱਲ ਕਰਦੇ ਹਾਂ। ਅਸੀਂ ਆਪਣੇ ਆਪ ਨੂੰ ਚਲਾਕ ਸਮਝਣ ਦਾ ਜਿਹੜਾ ਨਾ ਇੱਕ ਭੁਲੇਖਾ ਪਾਈ ਬੈਠੇ ਹਾਂ। ਅਸੀਂ ਅੱਜ ਗੁਰੂ ਨਾਨਕ ਪਾਤਸ਼ਾਹ ਨੇ ਦੇ ਮਨੁੱਖੀ ਰੂਪ ਵਿੱਚ ਆਉਣ ਦੇ ਸਮੇਂ ਤੋਂ ਕੁਝ ਸਮੇਂ ਪਹਿਲਾਂ ਤਾਂ ਜੋ ਸਨਾਤਨੀ ਲੋਕਾਂ ਦੇ ਨਾਲ ਜੋ ਹੋ ਰਿਹਾ ਸੀ, ਜਿਸ ਤਰੀਕੇ ਜਿਹਨਾਂ ਰਾਹਾਂ 'ਤੇ ਉਹ ਚੱਲ ਰਹੇ ਸੀ, ਅਸੀਂ ਉਹਨਾਂ ਰਾਹਾਂ 'ਤੇ ਚੱਲ ਰਹੇ ਹਾਂ। ਅਸੀਂ ਵੀ ਆਪਣੀ ਜ਼ਿੰਦਗੀ ਨੂੰ ਆਰਾਮ ਨਾਲ ਜੀਣ ਲਈ ਆਪਣੇ ਹੀ ਸਾਰਾ ਕੁਝ, ਆਪਣੇ ਰੂਲਸ ਬਣਾ ਲਏ, ਆਪਣੇ ਰੈਗੂਲੇਸ਼ਨਸ ਬਣਾ ਲਏ। ਅਸੀਂ ਵੀ ਇੰਝ ਹੀ ਲੋਕਾਂ ਵਾਂਗੂ ਕਹਿਣਾ ਸ਼ੁਰੂ ਕਰਤਾ ਜੀ ਕੋਈ ਗੱਲ ਨਹੀਂ, ਸਿੱਖੀ ਅੰਦਰ ਹੁੰਦੀ ਆ, ਬਾਹਰ ਦੇ ਭੇਸ ਦਾ ਕੋਈ ਮਤਲਬ ਨਹੀਂ, ਇਹ ਸਾਡੇ ਆਪਣੇ ਰੂਲਸ ਆ। ਮੈਂ ਤੁਹਾਨੂੰ ਇਹ ਨਹੀਂ ਕਹਿ ਰਹੀ ਕਿ ਤੁਸੀਂ ਵਾਲ ਨਹੀਂ ਕੱਟੋ ਜੀ, ਇਹ ਤੁਹਾਡੀ ਆਪਣੀ ਗੱਲ ਆ, ਪਰ ਇਹਨੂੰ ਸਿੱਖੀ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਤੁਸੀਂ ਵਾਲ ਕੱਟਣੇ ਚਾਹੁੰਦੇ ਹੋ ਜੀ, ਸਦਕੇ, ਤੁਹਾਡੀ ਆਪਣੀ ਲਾਈਫ ਆ, ਕੋਈ ਤੁਹਾਨੂੰ ਰੋਕ ਨਹੀਂ ਸਕਦਾ, ਪਰ ਤੁਸੀਂ ਫਿਰ ਇਹ ਨਹੀਂ ਕਹਿ ਸਕਦੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਵੀ ਹਾਂ, ਕਿਉਂਕਿ ਤੁਹਾਡਾ, ਔਰ ਇਹਦੇ ਨਾਲ ਇਹ ਵੀ ਨਹੀਂ, ਬਿਲਕੁਲ ਮੈਂ ਇਹ ਵੀ ਨਹੀਂ ਕਹਿ ਰਹੀ ਕਿ ਵਾਲਾਂ ਦੇ ਨਾਲ ਜਾਂ ਕੇਸ ਰੱਖਣ ਦੇ ਨਾਲ ਹੀ ਸਿੱਖੀ ਆ, ਕਿਉਂਕਿ ਮੈਂ ਆਪਣੀ ਪਹਿਲੀ ਕਿਸ਼ਤ ਦੇ ਵਿੱਚ ਪਹਿਲੀ ਲਾਈਨ ਇਹ ਕਹੀ ਸੀ ਕਿ ਪਹਿਲਾ ਬੰਦਾ ਖਾਲਸੇ ਵਰਗਾ ਦਿਸਦਾ ਜ਼ਰੂਰ ਹੋਊਗਾ, ਪਰ ਉਹਦਾ ਕਿਰਦਾਰ ਖਾਲਸੇ ਵਰਗਾ ਹੋਵੇ ਜਾਂ ਨਾ ਹੋਵੇ ਪਤਾ ਨਹੀਂ, ਕਿਉਂਕਿ ਹੋ ਵੀ ਸਕਦਾ ਅਤੇ ਨਹੀਂ ਵੀ ਹੋ ਸਕਦਾ, ਪਰ ਉਹ ਦਿਖਦਾ ਖਾਲਸੇ ਵਰਗਾ ਜ਼ਰੂਰ ਹੋਊਗਾ। ਖਾਲਸਾ ਬਣਨ ਲਈ ਸਭ ਤੋਂ ਪਹਿਲਾ ਜਿਹੜਾ ਕਦਮ ਆ ਉਹ ਤੁਹਾਡੇ ਕਿਰਦਾਰ ਵੱਲ ਦਾ ਹੈ। ਸੋ ਕਿਰਦਾਰ ਤਾਂ ਸਾਨੂੰ ਡਿਵੈਲਪ ਕਰਨਾ ਪਊਗਾ। ਜਿਹੜੇ ਅਸੀਂ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਬਣਾ ਲਏ, ਸਾਨੂੰ ਉਹ 'ਚੋਂ ਬਾਹਰ ਨਿਕਲਣਾ ਪਊਗਾ। ਅਸੀਂ ਗੁਰਦੁਆਰਿਆਂ ਨੂੰ ਮੀਟਿੰਗ ਸਪੌਟ ਬਣਾ ਲਿਆ, ਸੈਲੀਬ੍ਰੇਸ਼ਨ ਸਪੌਟ ਬਣਾ ਲਿਆ, ਅਸੀਂ ਉਹਨਾਂ ਦੇ ਵਿੱਚ ਹੀ ਉਹਨਾਂ ਦੇ ਆਪਣਾ ਇੱਕ ਪਿਕਨਿਕ ਸਪੌਟ ਬਣਾ ਲਿਆ, ਇੱਕ ਦੂਜੇ ਵੱਲ ਜਾਈਦਾ, ਮਿਲੀਦਾ, ਸਾਨੂੰ ਪਤਾ ਹੈ ਕਿ ਚਲੋ ਹੋਰ ਕਿਤੇ ਨਹੀਂ ਤਾਂ ਗੁਰਦੁਆਰੇ ਤਾਂ ਮਿਲ ਹੀ ਲੈਣਾ।
ਅਸੀਂ ਇਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੀ ਅਸੀਂ ਇਹ ਮਰਿਆਦਾ ਹੀ ਖ਼ਤਮ ਕਰ ਲਈ ਕਿ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੀ ਹਾਂ ਅਤੇ ਮੈਂ ਉਹਦਾ ਮਤਲਬ ਕੀ ਆ, ਉਹ ਮਕੈਨੀਕਲ ਵਰਤਾਰਾ ਬਣਾ ਲਿਆ। ਬਿਲਕੁਲ ਉਹੀ ਮਕੈਨੀਕਲ ਵਰਤਾਰਾ ਜਿਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਪੰਡਤਾਂ ਨੂੰ ਮਨਾ ਕਰਦੇ ਨੇ, ਜਿਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਕਾਜ਼ੀਆਂ ਨੂੰ, ਮੁੱਲਾਵਾਂ ਨੂੰ, ਉਹਨਾਂ ਨੂੰ ਮਨਾ ਕਰਦੇ ਨੇ। ਬਿਲਕੁਲ ਉਸੇ ਤਰੀਕੇ ਨਾਲ ਹੀ ਉਹੀ ਮਕੈਨੀਕਲ ਵਰਤਾਰਾ ਅਸੀਂ ਬਣਾ ਲਿਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਜਾਂਦੇ ਹਾਂ ਤਾਂ ਇੱਕ ਭਾਵ ਹੋਣਾ ਚਾਹੀਦਾ ਸੀ, ਅਸੀਂ ਉਹ ਭਾਵ ਮਾਈਨਸ ਕਰ ਦਿੱਤਾ, ਸਿਰਫ ਮਕੈਨੀਕਲਿਟੀ ਦੇ ਉੱਤੇ ਆ ਕੇ ਖੜੇ ਹੋ ਗਏ। ਮੈਂ ਇੱਥੇ ਇੱਕ ਛੋਟੀ ਜਿਹੀ ਗੱਲ ਆਪਣੀ ਪਰਸਨਲ ਐਗਜ਼ਾਮਪਲ ਦਊਂਗੀ। ਮੈਂ ਸਮੈਦਿਕ ਗੁਰਦੁਆਰੇ ਅਕਸਰ ਜਾਂਦੀ ਹਾਂ, ਉੱਥੇ ਬਹੁਤ ਸਾਰੇ ਲੋਕ ਮੈਂ ਦੇਖਦੀ ਹਾਂ, ਜਦੋਂ ਵੀ ਅਬਜ਼ਰਵ ਕਰਦੀ, ਕਦੀ ਕਦੀ ਆਪਣੇ ਆਪ 'ਤੇ ਵੀ ਗੁੱਸਾ ਆਉਂਦਾ ਕਿ ਤੂੰ ਆਈ ਸੀ ਇੱਥੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੈਠ ਕੇ ਕੋਈ ਸੇਧ ਲੈਣ ਅਤੇ ਤੂੰ ਲੋਕਾਂ ਨੂੰ ਅਬਜ਼ਰਵ ਕਰਦੀ ਹਾਂ। ਪਰ ਚਲੋ ਪਰਪੱਕ ਨਹੀਂ ਨਾ, ਅਸੀਂ ਪਰਫੈਕਟ ਨਹੀਂ। ਜਦੋਂ ਮੈਂ ਦੇਖਦੀ ਹਾਂ ਤਾਂ ਕਈ ਵਾਰੀ ਲੋਕ ਜਿਹੜੇ ਆ ਉਹ ਬਾਹਰੋਂ ਹੀ ਉਹ ਮੱਥਾ ਟੇਕ ਕੇ ਲੰਗਰ ਹਾਲ ਹਾਲ ਤੋਂ ਨਿਕਲਦੇ ਹੋਏ ਮੱਥਾ ਟੇਕ ਕੇ ਘਰਾਂ ਨੂੰ। ਲੰਗਰ ਹਾਲ ਜਾਣਾ ਮਾੜੀ ਗੱਲ ਨਹੀਂ, ਪਰ ਜਿਹੜਾ ਤੁਸੀਂ ਇਹ ਵਿਖਾਵਾ ਕਰ ਦਿੰਦੇ ਆ ਕਿ ਬਾਹਰੋਂ ਹੀ ਮੱਥਾ ਟੇਕ ਲੈਂਦੇ ਆ, ਇਹਦਾ ਹੁਣ ਜ਼ਰਾ ਧਿਆਨ ਦਿਓ ਜੇ ਤੁਹਾਡੇ ਕਿਰਦਾਰ ਦੇ ਉੱਤੇ ਕਿੰਨਾ ਇਫੈਕਟ ਪੈਂਦਾ। ਤੁਸੀਂ ਆਪਣੇ ਬੱਚੇ ਨੂੰ ਇਹ ਨਹੀਂ ਸਿਖਾਉਂਦੇ, ਤੁਸੀਂ ਇੱਕ ਬੱਚਾ ਨਾਲ ਫੜਿਆ, ਉਹਨੂੰ ਬਾਹਰੋਂ ਮੱਥਾ ਟਿਕਾ ਕੇ ਲੈ ਗਏ ਕਿ ਮੇਰੇ ਕੋਲ ਟਾਈਮ ਹੈ ਨਹੀਂ, ਆਪਾਂ ਲੰਗਰ ਛਕੀਏ ਅਤੇ ਚੱਲੀਏ। ਲੰਗਰ ਛਕਣਾ ਮਾੜੀ ਗੱਲ ਨਹੀਂ, ਹੋ ਸਕਦਾ ਤੁਸੀਂ ਸਿਰਫ ਲੰਗਰ ਛਕਣ ਹੀ ਆਏ ਹੋਵੋ, ਪਰ ਤੁਸੀਂ ਉਹਦੇ ਨਾਲ ਆਪਣੇ ਬੱਚੇ ਨੂੰ ਇੱਕ ਉਹਦਾ ਕਰੈਕਟਰ ਘੜ ਦਿੱਤਾ ਕਿ ਬੇਟਾ ਆਪਣੇ ਤੋਂ ਵੱਡਿਆਂ ਦੇ ਕੋਲ ਬਹਿਣਾ ਜ਼ਰੂਰੀ ਨਹੀਂ। ਕੱਲ੍ਹ ਨੂੰ ਜਦੋਂ ਬੱਚਾ ਤੁਹਾਡੇ ਘਰ ਹੁੰਦਾ, ਤੁਹਾਡੇ ਆਪਣੇ ਗ੍ਰੈਂਡ ਪੇਰੈਂਟਸ ਨੂੰ ਜਾਂ ਤੁਹਾਨੂੰ ਵੀ ਬਕਾਇਦਾ ਉਹ ਕਹਿ ਦਿੰਦਾ ਹਾਈ ਮੋਮ ਹਾਈ ਡੈਡ, ਔਰ ਆਪਣੇ ਰੂਮ 'ਚ ਹਾਈ ਮੋਮ ਹਾਈ ਡੈਡ ਅਤੇ ਘਰੋਂ ਬਾਹਰ। ਫਿਰ ਆਪਾਂ ਕਹਿੰਦੇ ਹਾਂ ਕਿ ਬੱਚੇ ਇੱਥੇ ਨਾ ਇੱਦਾਂ ਦੀ ਆ। ਬੱਚੇ ਇੱਦਾਂ ਦੇ ਨਹੀਂ, ਤੁਸੀਂ ਉਹਨਾਂ ਦਾ ਕਿਰਦਾਰ ਐਵੇਂ ਦਾ ਘੜਿਆ। ਤੁਸੀਂ ਉਹਨਾਂ ਨੂੰ ਦੱਸਿਆ ਹੀ ਨਹੀਂ ਕਿ ਜਦੋਂ ਵੀ ਅਸੀਂ ਆਪਣੇ ਗੁਰੂ ਦੇ ਕੋਲ ਜਾਂਦੇ ਹਾਂ ਤਾਂ ਆਪਣੇ ਗੁਰੂ ਕੋਲ ਬੈਠ ਕੇ ਉਹਨਾਂ ਕੋਲੋਂ ਸੇਧ ਲੈਣੀ ਸੀ, ਅਸੀਂ ਉਹਨਾਂ ਦੀ ਗੱਲ ਸੁਣਨੀ ਸੀ। ਮੈਨੂੰ ਯਾਦ ਆ ਕਿ ਜਦੋਂ ਅਸੀਂ ਛੋਟੇ ਸੀ ਤਾਂ ਮੇਰੇ ਮੰਮਾ ਕਹਿੰਦੇ ਹੁੰਦੇ ਸੀ, ਜਦੋਂ ਮਹਾਰਾਜ ਵਾਕ ਚੱਲ ਰਿਹਾ ਹੋਵੇ ਨਾ, ਜਦੋਂ ਵਾਕ ਲੈ ਰਹੇ ਹੋਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉਹਨੂੰ ਮੁੱਖ ਵਾਕ ਕਿਹਾ ਜਾਂਦਾ, ਉਦੋਂ ਬੋਲਣਾ ਨਹੀਂ, ਉਦੋਂ ਹਿੱਲਣਾ ਨਹੀਂ, ਉਦੋਂ ਖੜੇ ਨਹੀਂ ਹੋਣਾ, ਉਦੋਂ ਆਰਾਮ ਨਾਲ ਬੈਠ ਕੇ ਸੁਣੋ। ਅਤੇ ਉਹ ਗੱਲ ਅੱਜ ਵੀ ਮੈਂ ਦੇਖਦੀ ਹਾਂ ਅਤੇ ਮੇਰੇ ਕਿਰਦਾਰ ਦੇ ਵਿੱਚ ਹੈਗੀ ਆ। ਜਦੋਂ ਮੇਰੇ ਸਾਹਮਣੇ ਮੇਰਾ ਕੋਈ ਬਜ਼ੁਰਗ ਵੀ ਬੋਲ ਰਿਹਾ ਹੁੰਦਾ, ਮੇਰੀ ਹਿੰਮਤ ਨਹੀਂ ਹੁੰਦੀ ਮੈਂ ਖੜੀ ਹੋ ਜਾ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਦੀ ਗੱਲ ਪੂਰੀ ਹੋ ਜੇ। ਸੋ ਤੁਹਾਡਾ ਕਿਰਦਾਰ, ਆਪਣੇ ਬੱਚਿਆਂ ਦਾ ਕਿਰਦਾਰ ਤੁਸੀਂ ਆਪ ਘੜਨਾ ਸੀ। ਅਸੀਂ ਕਦੇ ਕੁਛ ਨਹੀਂ ਸੀ, ਕੁਛ ਸੋਚਦੇ ਹੀ ਨਹੀਂ। ਇਹ ਸਮਾਂ ਹੁਣ ਇੰਟਰੋਸਪੈਕਸ਼ਨ ਦਾ, ਸੈਲਫ ਇੰਟਰੋਸਪੈਕਸ਼ਨ ਦਾ। ਮਾਂ ਨੇ ਆਪਣੇ ਬੱਚੇ ਨੂੰ ਸੇਧ ਦੇਣੀ ਸੀ, ਮਾਂ ਨੇ ਆਪਣੇ ਬੱਚੇ ਨੂੰ ਇਤਿਹਾਸ ਦੱਸਣਾ ਸੀ, ਪਰ ਉਹ ਇਤਿਹਾਸ ਦੱਸਣ ਤੋਂ ਪਹਿਲਾਂ ਮਾਂ ਨੂੰ ਆਪ ਪੜ੍ਹਨਾ ਪੈਣਾ। ਅਤੇ ਇਸ ਵਾਸਤੇ ਮਾਂ ਕਹਿ ਦਿੰਦੀ ਨਹੀਂ ਜੀ ਅੱਜ ਕੱਲ੍ਹ ਬੱਚੇ ਜਿਹੜੇ ਆ ਨਾ ਇੰਟਰਸਟਿਡ ਨਹੀਂ ਹੈਗੇ। ਬੱਚੇ ਬਾਕਾਇਦਾ ਇੰਟਰਸਟਿਡ ਆ, ਬੱਚੇ ਇੰਨੇ ਕਿਊਰੀਅਸ ਹੁੰਦੇ ਆ ਹਰ ਇੱਕ ਚੀਜ਼ ਨੂੰ ਲੈ ਕੇ। ਤੁਸੀਂ ਇੱਕ ਛੋਟੀ ਜਿਹੀ ਗੱਲ ਦੱਸੋ, ਅੱਗੇ ਤੁਹਾਡੇ ਕੋਲ 10 ਸਵਾਲ ਪੁੱਛਣੇ ਸ਼ੁਰੂ ਕਰ ਦਿੰਦੇ ਆ। ਤੁਸੀਂ ਕੋਸ਼ਿਸ਼ ਤਾਂ ਕਰੋ, ਆਪਾਂ ਕੋਸ਼ਿਸ਼ ਹੀ ਨਹੀਂ ਕਰਦੇ। ਅਸੀਂ ਬੱਚਿਆਂ ਨੂੰ ਫੋਨ ਦੇ ਦਿੰਦੇ ਹਾਂ ਕਿ ਤੂੰ ਗੇਮ ਖੇਡੀ ਚੱਲ ਅਤੇ ਮੈਂ ਆਪਣੇ ਕੰਮ ਕਰ ਲਾਂ। ਮੈਨੂੰ ਬਹੁਤ ਸਾਰੀਆਂ ਮੇਰੀਆਂ ਭੈਣਾਂ ਕਹਿੰਦੀਆਂ ਕਿ ਦੇਖੋ ਜੀ ਟਾਈਮ ਹੀ ਨਹੀਂ ਹੁੰਦਾ, ਅਤੇ ਫਿਰ ਬੱਚਿਆਂ ਨੂੰ ਉਹਨਾਂ ਦੇ ਆਰੇ ਲਾ ਦਈਦਾ। ਮੰਨਦੀ ਹਾਂ ਟਾਈਮ ਨਹੀਂ ਹੁੰਦਾ, ਪਰ ਇਹ ਜ਼ਰਾ ਦੇਖਿਓ ਕਿ ਕਿਆ ਆਰੇ ਲਾਉਣ ਦਾ ਇਹੋ ਹੀ ਇੱਕ ਤਰੀਕਾ ਹੈ? ਕਿਆ ਅਸੀਂ ਉਹਨਾਂ ਨੂੰ ਸਿੱਖ ਇਤਿਹਾਸ ਜਾਂ ਗੁਰਬਾਣੀ ਦੇ ਲੜ ਲਾ ਕੇ ਆਰੇ ਨਹੀਂ ਲਾ ਸਕਦੇ? ਕਿਆ ਅਸੀਂ ਇੰਝ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਆਪਣੀਆਂ ਜਿਹੜੀਆਂ ਕਥਾਵਾਂ ਨੇ, ਆਪਣੀਆਂ ਸਾਖੀਆਂ ਨੇ, ਆਪਣਾ ਗੁਰਬਾਣੀ ਆ, ਉਹਦੇ ਵਿੱਚੋਂ ਕੁਛ ਨਾ ਕੁਛ ਉਹਨਾਂ ਨੂੰ ਸੇਧ ਦਿੰਦੇ ਰਹੀਏ ਔਰ ਆਪਣਾ ਕੰਮ ਵੀ ਕਰਦੇ ਰਹੀਏ, ਤਾਂ ਕਿ ਬੱਚੇ ਦੀ ਮਾਂ ਨਾਲ ਅਟੈਚਮੈਂਟ ਵੀ ਰਹੇ, ਬੱਚਾ ਤੁਹਾਡੇ ਕਹਿਣੇ ਵਿੱਚ ਵੀ ਰਹੇ, ਔਰ ਬਾਕਾਇਦਾ ਬੱਚੇ ਦਾ ਕਿਰਦਾਰ ਤੁਹਾਡੇ ਹੱਥ 'ਚ ਰਹੇ। ਤੁਸੀਂ ਇਹਨੂੰ ਡਿਵੈਲਪ ਕਰੋ, ਨਾ ਕਿ ਕੋਈ ਫੋਨ ਜਾਂ ਉਹਦੀ ਬਾਹਰਲੀ ਸੰਗਤ। ਹੁਣ ਇੱਥੇ ਮੈਂ ਫਿਰ ਇਸੇ ਗੱਲ 'ਤੇ ਆਊਂਗੀ, ਸਮਾਂ ਘੱਟ ਹੈ, ਕਿ ਤੁਹਾਨੂੰ ਇੰਟਰੋਸਪੈਕਸ਼ਨ ਦੀ ਲੋੜ ਆ। ਇੰਟਰੋਸਪੈਕਸ਼ਨ ਕਰਨ ਵਾਸਤੇ ਤੁਹਾਨੂੰ ਪੜ੍ਹਨ ਦੀ ਲੋੜ ਆ। ਤੁਸੀਂ ਪੜ੍ਹੋ, ਬੇਸ਼ੱਕ ਤੁਸੀਂ ਨਾਸਤਿਕ ਹੋ ਤਦ ਵੀ ਪੜ੍ਹੋ, ਜੇ ਤੁਸੀਂ ਨਾਸਤਿਕ ਵੀ ਹੋ ਤਦ ਵੀ ਪੜ੍ਹੋ। ਔਰ ਪੜ੍ਹਨ ਤੋਂ ਬਾਅਦ ਉਹਨੂੰ ਰਿਜੈਕਟ ਕਰ ਦਿਓ, ਕੋਈ ਗਿਲਾ ਨਹੀਂ। ਕਿਤਾਬਾਂ ਪੜ੍ਹ ਕੇ ਨਹੀਂ, ਗੁਰਬਾਣੀ ਅਤੇ ਗੁਰ ਇਤਿਹਾਸ ਨੂੰ ਪੜ੍ਹ ਕੇ ਕਰੋ। ਸਾਡੇ ਕੋਲ, ਅਸੀਂ ਬੜੇ ਲੱਕੀ ਹਾਂ ਕਿ ਸਾਡੇ ਕੋਲ ਇੱਕ ਪ੍ਰੋਪਰ ਪੂਰਾ ਦਾ ਪੂਰਾ ਸਿਸਟਮ ਤਿਆਰ ਆ। ਗੁਰੂ ਮਹਾਰਾਜ ਨੇ ਸਾਨੂੰ ਇੱਕ ਸਿਸਟਮ ਦਿੱਤਾ ਹੋਇਆ। ਉਹ ਸਿਸਟਮ ਕੀ ਆ? ਗੁਰੂ ਨਾਨਕ ਦਾ ਜਦੋਂ ਤੁਸੀਂ ਸਿੱਧ ਗੋਸ਼ਟੀ ਪੜ੍ਹਦੇ ਹੋ ਤਾਂ ਉਹ ਦੁਨੀਆ ਦਾ ਪਹਿਲਾ ਇੰਟਰਫੇਥ ਡਾਇਲੋਗ ਹੈ, ਦੁਨੀਆ ਦਾ ਪਹਿਲਾ ਇੰਟਰਫੇਥ ਡਾਇਲੋਗ। ਜੇ ਕਿਤੇ ਫੈਮਿਨਿਜ਼ਮ ਦੀ ਹਿਸਟਰੀ ਪ੍ਰੋਪਰ ਲਿਖੀ ਜਾਵੇ ਤਾਂ ਦੁਨੀਆ ਦਾ ਪਹਿਲਾ ਫੈਮਿਨਿਸਟ ਗੁਰੂ ਨਾਨਕ ਹੈ, ਦੁਨੀਆ ਦਾ ਪਹਿਲਾ ਸੋਸ਼ਲਿਸਟ ਗੁਰੂ ਨਾਨਕ ਹੈ, ਦੁਨੀਆ ਦਾ ਪਹਿਲਾ ਐਂਟੀ ਕੈਪੀਟਲਿਸਟ ਗੁਰੂ ਨਾਨਕ ਹੈ। ਜੇ ਤੁਸੀਂ ਪ੍ਰੋਪਰ ਧਿਆਨ ਨਾਲ ਪੜ੍ਹਨਾ ਸ਼ੁਰੂ ਕਰੋ ਨਾ, ਤੁਸੀਂ ਐਂਟੀ ਕੈਪੀਟਲਿਸਟ ਹੋ, ਤੁਸੀਂ ਸੋਸ਼ਲਿਸਟ ਹੋ, ਤੁਸੀਂ ਫੈਮਿਨਿਸਟ ਹੋ, ਤੁਸੀਂ ਨਾਸਤਿਕ ਹੋ, ਤੁਸੀਂ ਆਸਤਿਕ ਹੋ, ਤੁਸੀਂ ਹਜੇ ਰੱਬ ਨੂੰ ਖੋਜ ਰਹੇ ਹੋ। ਹਰ ਕਿਸੇ ਚੀਜ਼ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਔਰ ਇਹ ਮੇਰਾ ਦਾਅਵਾ ਹੈ ਕਿ ਜੇ ਤੁਸੀਂ ਧਿਆਨ ਨਾਲ ਪੜ੍ਹਨਾ ਸ਼ੁਰੂ ਕਰ ਦਿਓ, ਇੱਕ ਸਵਾਲ ਆਪਣੇ ਦਿਮਾਗ ਦੇ ਵਿੱਚ ਰੱਖ ਕੇ, ਅਤੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੁਹਾਨੂੰ ਉਹਦਾ ਜਵਾਬ ਨਾ ਮਿਲੇ, ਮੈਂ ਦੇਣਦਾਰ ਹਾਂ। ਇਸ ਤੋਂ ਅੱਗੇ ਆਪਾਂ ਚੱਲੀਏ ਤੇ
ਬੜੀ ਇੰਪੋਰਟੈਂਟ ਗੱਲ ਆ ਕਿ ਸਾਨੂੰ ਗੁਰੂ ਮਹਾਰਾਜ ਜਿਹਦੇ ਲੜ ਲਾ ਕੇ ਗਏ ਨੇ ਉਹ ਸ਼ਬਦ ਗੁਰੂ ਹੈ। ਧਿਆਨ ਦਿਓ ਜੇ, ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਜਾਂਦਾ ਹੈ ਕੌਣ ਗੁਰੂ ਕਿਸਕਾ ਤੂੰ ਚੇਰਾ, ਗੁਰੂ ਮਹਾਰਾਜ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਉਸੇ ਹੀ ਸ਼ਬਦ ਗੁਰੂ ਦੇ ਲੜ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਲਾ ਜਾਂਦੇ ਨੇ। ਉਹ ਜਿਹੜਾ ਸਾਨੂੰ ਸ਼ਬਦ ਗੁਰੂ ਦੇ ਲੜ ਲਾਉਣ ਦਾ ਮਤਲਬ ਕੀ ਸੀ ਕਿ ਆਤਮਾ ਅਤੇ ਪਰਮਾਤਮਾ ਦੀ ਨਿਰੰਤਰਤਾ ਦੱਸਣੀ, ਉਹਦੇ ਵਿੱਚੋਂ ਵਿਚੋਲਿਆਂ ਨੂੰ ਮਾਈਨਸ ਕਰ ਦੇਣਾ। ਪਰ ਹੁਣ ਅੱਜ ਹੋਇਆ ਕੀ ਕਿ ਅਸੀਂ ਉਹਨਾਂ ਹੀ ਵਿਚੋਲਿਆਂ ਦੇ ਵਿੱਚ ਦੁਬਾਰਾ ਆਣ ਫਸੇ ਹਾਂ। ਅਸੀਂ ਉਹੀ ਵਿਚੋਲੇ ਦੁਬਾਰਾ ਪਾ ਲਏ ਆ। ਹੁਣ ਜਦੋਂ ਇੱਥੇ ਜਿੱਦਾਂ ਪੰਡਤਾਂ ਨੇ ਬ੍ਰਾਹਮਣ ਪਾ ਲਏ, ਹਿੰਦੂਆਂ ਨੇ ਬ੍ਰਾਹਮਣ ਪਾ ਲਏ, ਇਸ ਮੁਸਲਮਾਨਾਂ ਨੇ ਕਾਜ਼ੀ ਪਾ ਲਏ, ਇੱਦਾਂ ਆਪਾਂ ਵੀ ਪਾ ਲਏ। ਹੁਣ ਇੱਥੇ ਮੈਂ ਬੜੀ ਕਲੀਅਰ ਕਰ ਦੇਵਾਂ ਇਹ ਗੱਲ ਕਿ ਮੇਰਾ ਜਿਹੜਾ ਇਹ ਕਹਿਣ ਤੋਂ ਇਹ ਮਤਲਬ ਬਿਲਕੁਲ ਨਹੀਂ ਪਾਠੀ ਜਾਂ ਗ੍ਰੰਥੀ ਨੂੰ ਮੈਂ ਵਿਚੋਲਾ ਨਹੀਂ ਕਹਿ ਰਹੀ, ਕਿਉਂਕਿ ਸਾਡੇ ਗ੍ਰੰਥੀ ਸਿੰਘ ਅਤੇ ਪਾਠੀ ਸਿੰਘ ਜਿਹੜੇ ਨੇ ਉਹ ਬਕਾਇਦਾ ਬਾਬਾ ਬੁੱਢਾ ਜੀ ਦੀ ਕੁਰਸੀ ਦੇ ਉੱਤੇ ਬਿਰਾਜਮਾਨ ਨੇ। ਅਸੀਂ ਉਹਨਾਂ ਦੇ ਨਾਲ ਨਿਆਂ ਨਹੀਂ ਕਰ ਸਕੇ, ਇਹ ਵੱਖਰੀ ਗੱਲ ਆ, ਪਰ ਉਹਨਾਂ ਦੀ ਪਦਵੀ ਬਹੁਤ ਉੱਚੀ ਹੈ, ਇਸ ਕਰਕੇ ਉਹ ਵਿਚੋਲੇ ਨਹੀਂ, ਉਹ ਸਿਰਫ ਗੁਰੂ ਘਰ ਦੇ ਸੇਵਕ ਨੇ। ਜਿਨ੍ਹਾਂ ਨੂੰ ਮੈਂ ਵਿਚੋਲੇ ਕਹਿ ਰਹੀ ਹਾਂ ਉਹ ਲੋਕ ਨੇ ਜਿਹੜੇ ਆਪਣੇ ਸਿੰਘ ਤਿਆਰ ਕਰਦੇ ਨੇ, ਜਿਹੜੇ ਗੁਰੂ ਦੇ ਸਿੱਖ ਨਹੀਂ ਬਣਾਉਂਦੇ, ਆਪਣੇ ਸਿੱਖ ਤਿਆਰ ਕਰਦੇ ਨੇ। ਜਦੋਂ ਤੁਹਾਡੀ ਸੁਰਤੀ ਸ਼ਬਦ ਤੋਂ ਹਟ ਕੇ ਕਿਸੇ ਦੇਹ ਦੇ ਨਾਲ ਜਾ ਲੱਗੂਗੀ ਨਾ, ਉਦੋਂ ਯਾਦ ਰੱਖ ਲਿਓ ਕਿ ਮਕੈਨੀਕਲ ਵਰਤਾਰੇ ਹੋਣਾ ਵੀ ਆਮ ਗੱਲ ਹੋ ਜੂਗੀ, ਤੁਹਾਡਾ ਲੁੱਟੇ ਜਾਣਾ ਵੀ ਆਮ ਗੱਲ ਹੋ ਜੂਗੀ, ਤੁਹਾਡੇ ਭੋਲੇ ਭਾਲੇ ਹੋਣਾ ਵੀ ਆਮ ਗੱਲ ਹੋ ਜੂਗੀ। ਫਿਰ ਤੁਸੀਂ ਕਿਸੇ ਨੂੰ ਕੁਛ ਨਹੀਂ ਕਹਿ ਸਕਦੇ। ਇਹ ਨਹੀਂ ਆਪਾਂ ਕਹਿ ਸਕਦੇ ਕਿ ਮੇਰੇ ਨਾਲ ਕੁਛ ਹੋ ਗਿਆ, ਕਿਉਂਕਿ ਉਹ ਅਸੀਂ ਆਪ ਬੁਲਾਇਆ, ਅਸੀਂ ਆਪ ਸ਼ਬਦ ਤੋਂ ਹਟ ਕੇ ਦੇਹ ਦੇ ਨਾਲ ਲੱਗੇ ਸੀ। ਜਦੋਂ ਤੱਕ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਸ਼ਬਦ ਦੇ ਨਾਲ ਲੱਗੇ ਰਹਾਂਗੇ, ਇਹ ਮਕੈਨੀਕਲ ਵਰਤਾਰੇ ਸਾਡੇ ਤੋਂ ਦੂਰ ਰਹਿਣਗੇ। ਹੁਣ ਜੇ ਤਾਂ ਅਸੀਂ ਜਾਣਦੇ ਹੋਏ ਇਹ ਸਾਰਾ ਕੁਝ ਕਰ ਰਹੇ ਹਾਂ, ਤਾਂ ਫਿਰ ਸਾਨੂੰ ਗੁਰੂ ਮਹਾਰਾਜ, ਸਾਡਾ ਹਾਲ ਉਹਨਾਂ ਲੋਕਾਂ ਵਾਲਾ ਜਿਹਨੂੰ ਗੁਰੂ ਮਹਾਰਾਜ ਕਹਿੰਦੇ ਨੇ ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮਖੋਰ। ਜਦੋਂ ਤੱਕ ਸਾਨੂੰ ਸਭ ਕੁਝ ਪਤਾ ਨਹੀਂ, ਉਦੋਂ ਤੱਕ ਤਾਂ ਹੋ ਗਿਆ ਕਿ ਚਲੋ ਜੀ ਇਹਨਾਂ ਨੂੰ ਪਤਾ ਹੀ ਨਹੀਂ, ਇਗਨੋਰੈਂਟ ਹੈ। ਪਰ ਜਦੋਂ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਅਤੇ ਪਤਾ ਲੱਗਣ ਤੋਂ ਬਾਅਦ ਵੀ ਅਸੀਂ ਉਹ ਸਭ ਕੁਝ ਕਰ ਰਹੇ ਹਾਂ, ਤਾਂ ਫਿਰ ਅਸੀਂ ਮੂਰਖ ਹਾਂ। ਹੁਣ ਜਿਸ ਤਰ੍ਹਾਂ ਮੁੱਲਾ ਦੇ ਬਾਂਗ ਦੇਣ ਦੇ ਨਾਲ ਆਪਣਾ ਦਿਲ ਸਾਫ਼ ਨਹੀਂ, ਪਰ ਉਹਦਾ ਦਿਲ ਸਾਫ਼ ਨਹੀਂ ਅਤੇ ਉਹ ਅੱਲਾ ਨੂੰ ਬੇਵਕੂਫ ਨਹੀਂ ਬਣਾ ਸਕਦਾ। ਪੰਡਤ ਲੱਖ ਕਰਮਕਾਂਡੀ ਹੋਏ, ਪਰ ਜੇ ਉਹਦੀ ਕਹਿਣੀ ਅਤੇ ਕਰਨੀ ਦੇ ਵਿੱਚ ਫਰਕ ਹੈ, ਉਹ ਪਰਮਾਤਮਾ ਨੂੰ ਬੇਵਕੂਫ ਨਹੀਂ ਬਣਾ ਸਕਦਾ। ਤੁਸੀਂ ਵੀ ਜੇ ਅੰਦਰੋਂ ਸ਼ਬਦ ਤੋਂ ਟੁੱਟੇ ਹੋਏ ਹੋ ਅਤੇ ਬਾਹਰੋਂ ਸਿਰਫ ਤੁਸੀਂ ਇੱਕ ਦਿਖਾਵੇ ਵਾਸਤੇ ਗੁਰਦੁਆਰੇ ਵੀ ਜਾਂਦੇ ਹੋ, ਹਰ ਤਰੀਕੇ ਦਾ ਉਹ ਕੰਮ ਕਰਦੇ ਹੋ ਜੋ ਇੱਕ ਗੁਰੂ ਸਿੱਖ ਨੂੰ ਕਰਨਾ ਚਾਹੀਦਾ ਦਿਖਾਵੇ ਵਾਸਤੇ, ਪਰ ਤੁਹਾਡਾ ਅੰਦਰੋਂ ਪ੍ਰੀਤ ਕੋਈ ਨਹੀਂ, ਤਾਂ ਤੁਸੀਂ ਗੁਰੂ ਨੂੰ ਬੇਵਕੂਫ ਨਹੀਂ ਬਣਾ ਸਕਦੇ। ਇਸ ਗੱਲ ਨੂੰ ਅੰਡਰਲਾਈਨ ਕਰ ਲਿਓ। ਸਾਡਾ ਹਾਲ ਉਹਨਾਂ ਵਾਲਾ ਹੀ ਹੈ। ਗੁਰੂ ਨਾਨਕ ਨੂੰ ਜਦੋਂ ਕਿਹਾ ਜਾਂਦਾ ਨਾ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਜੋ ਦੋਵੇਂ ਰੋਈ। ਹੁਣ ਗੁਰੂ ਨਾਨਕ ਦੇ ਸ਼ਬਦ ਦਾ ਜਿਹੜਾ ਅਰਥ ਹੈ ਉਹ ਸ਼ੁਭ ਅਮਲਾਂ ਦੇ ਵਿੱਚ ਹੈ। ਉਹ ਸ਼ੁਭ ਅਮਲ ਕੀ ਹੈ, ਇਹ ਆਪਾਂ ਅਗਲੀ ਕਿਸ਼ਤ ਵਿੱਚ ਗੱਲ ਕਰਾਂਗੇ। ਸਮਾਂ ਬਹੁਤ ਹੋ ਗਿਆ। ਇੰਨੀ ਗੱਲ ਕਹਿੰਦੇ ਹੋਏ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਂਦੀ ਹਾਂ, ਔਰ ਆਪਣੇ ਸਵਾਲ ਜਿਹੜੇ ਆ ਉਹ ਜ਼ਰੂਰ ਸਾਨੂੰ ਭੇਜ ਦਿਓ, ਕਿਉਂਕਿ ਇਹਨਾਂ ਚੌਥੇ ਜਿਹੜਾ ਵੀਕ ਹੋਊਗਾ ਉਹਦੇ ਵਿੱਚ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਇੰਨੀ ਗੱਲ ਕਹਿੰਦੇ ਹੋਏ ਆਪ ਸਭ ਤੋਂ ਇਜਾਜ਼ਤ ਲੈਂਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।